ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਲਾਈਵ ਜੁੜੇ ਹੋਏ ਆ। ਫੋਨ ਕਾਲਸ ਦੇ ਨੰਬਰ ਨੇ ਜੀ 9216410666 9814910666। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਜਿਵੇਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਅੱਜ ਆਪਣੇ ਮਹਿਮਾਨ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਜੀ। ਡਾਕਟਰ ਮਹਿੰਦਰ ਸਿੰਘ ਹੋਮੋਪੈਥੀ ਦੇ ਮਾਹਿਰ ਨੇ, ਕਰੋਨਿਕ ਡਿਜ਼ੀਜ਼ਸ ਯਾਨੀ ਕਿ ਗੰਭੀਰ ਬਿਮਾਰੀਆਂ ਦੇ ਐਕਸਪਰਟ ਨੇ ਇਹ। ਸੋ ਬੜਾ ਕੁਛ ਹੈ ਜੀ ਇਹਨਾਂ ਦੇ ਕੋਲੇ। ਆਪਾਂ ਗੱਲਬਾਤ ਕਰਨੀ ਹੈ ਮੌਜੂਦਾ ਜਿਹੜਾ ਸਾਡੀ ਵਿਪਤਾ ਪਈ ਹੋਈ ਹੈ ਕਰੋਨਾ ਦੀ, ਐਪੀਡੈਮਿਕ ਦੀ। ਸੋ ਇਹਦੇ ਉੱਤੇ ਗੱਲਬਾਤ ਕਰਾਂਗੇ, ਕਿਵੇਂ ਹੁੰਦਾ ਹੈ, ਕੀ ਇਫੈਕਟ ਪੈਂਦੇ ਨੇ ਸਰੀਰ ਦੇ ਉੱਤੇ, ਕੀ ਅਸੀਂ ਬਚਾਅ ਕਿਵੇਂ ਰੱਖਣੇ ਨੇ, ਜਾਂ ਜਿਵੇਂ ਹੋਮੋਪੈਥੀ ਦਵਾਈਆਂ ਬਾਰੇ ਬੜਾ ਕੁਛ ਆ ਰਿਹਾ ਹੈ ਕਿ ਇਹ ਦਵਾਈਆਂ ਜਿਹੜੀਆਂ ਨੇ ਤੁਹਾਡੇ ਲਈ ਲਾਭਦਾਇਕ ਨੇ, ਕਿੰਨੀਆਂ ਕੁ ਲਾਭਦਾਇਕ ਨੇ, ਤੁਸੀਂ ਗੱਲਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਸ਼ੰਕਾ ਹੈ, ਕਿਸੇ ਡਿਜ਼ੀਜ਼ ਬਾਰੇ ਸ਼ੰਕਾ ਹੈ, ਉਹ ਵੀ ਤੁਸੀਂ ਗੱਲਬਾਤ ਜਿਹੜੀ ਹੈ ਆਪਣੇ ਸਵਾਲਾਤ ਕਰ ਸਕਦੇ ਹੋ। ਲੰਮਾ ਸਮਾਂ ਰਹਿਣਗੇ, ਕੋਈ ਕਾਲ ਨਹੀਂ ਹੈ, ਪੂਰਾ ਖੁੱਲ੍ਹ ਕੇ ਡਾਕਟਰ ਸਾਹਿਬ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਵੱਲੋਂ, ਜਿਹੜੇ ਡਰਾਈਵਰਸ ਤੇ ਓਨਰ ਆਪਰੇਟਰ ਹਾਇਰ ਕਰ ਰਹੇ ਨੇ। ਜਿਹੜੇ ਵੀਰ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਉਹ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ ਸੰਪਰਕ ਕਰ ਲੈਣ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਅਕਾਲ ਟਰੱਕ ਐਂਡ ਟ੍ਰੇਲਰ ਜੋ ਆਪਣੀ ਨਵੀਂ ਲੋਕੇਸ਼ਨ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਮੈਨੀਟੋਬਾ ਤੇ ਸ਼ਿਫਟ ਹੋ ਗਏ ਨੇ। ਇੱਥੇ ਸੈਮੀਜ਼ ਦੇ ਲਈ ਵਾਸ਼, ਕੁਇਕ ਟਰੱਕ ਲੀਵ ਦੇ ਨਾਲ ਪਾਰਕਿੰਗ ਦੀ ਸਹੂਲਤ ਹੁਣ ਮੁਹੱਈਆ ਕਰਵਾ ਦਿੱਤੀ ਗਈ ਹੈ। ਬਲਤੇਜ ਪਨੇਸਰ ਹੋਰਾਂ ਨਾਲ 2044592000 ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇਸ ਵਕਤ ਡਾਕਟਰ ਮਹਿੰਦਰ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਵਿਪਤਾ ਜਦੋਂ ਕੋਈ ਵੀ ਪੈਂਦੀ ਹੈ ਇਨਸਾਨ ਦੇ ਉੱਤੇ, ਹੁਣ ਤਾਂ ਇਨਸਾਨ ਤੇ ਨਹੀਂ ਪਈ, ਆਪਾਂ ਕਹਿ ਸਕਦੇ ਹਾਂ ਕਿ ਇਨਸਾਨੀਅਤ ਤੇ ਪੈ ਗਈ ਹੈ। ਬਿਲਕੁਲ ਕਿਉਂਕਿ ਸਥਿਤੀ ਕਾਫੀ ਜਿਹੜੀ ਹੈ ਨਾਜ਼ੁਕ ਬਣ ਗਈ ਹੈ। ਕਰੋਨਾ ਪਿਛਲੇ ਸਾਲ ਆਇਆ, ਚਿੱਤੇ ਨਹੀਂ ਸੀ। ਲੋਕ ਕਹਿੰਦੇ ਸੀ ਵੇਦਾਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਜਾਂ ਕਿਸੇ ਦੀਆਂ ਭਵਿੱਖਬਾਣੀਆਂ ਸੀ ਕੋਈ ਵਿਪਤਾ ਆਊਗੀ, ਪਰ ਐਡੀ ਉਮੀਦ ਨਹੀਂ ਸੀ। ਜਿਵੇਂ ਸਾਰੇ ਪੁਰਾਣੇ ਬੰਦੇ ਕਹਿੰਦੇ ਸੀਗੇ ਜੀ ਇਹ 2-3 ਮਹੀਨਿਆਂ ਦੀ ਆਉਂਦੀ ਹੈ। ਪਲੇਗ ਨਾ ਕਰਨ ਲੱਗ ਪਏ, ਉਦੋਂ ਬੜੇ ਲੋਕ ਮਰੇ ਸੀ। ਕਹਿੰਦੇ ਸੀਗੇ ਜੀ ਇੱਕ ਬੰਦੇ ਨੂੰ ਛੱਡ ਕੇ ਆਉਂਦੇ ਸੀ ਤੇ ਲੱਕੜਾਂ ਦੀ ਘਾਟ ਪੈ ਗਈ ਸੀ, ਬੜਾ ਕੁਛ ਹੋ ਗਿਆ ਸੀ। ਪਿਛਲੀ ਵਾਰੀ ਤਾਂ ਉਹ ਸਥਿਤੀ ਸਾਨੂੰ ਦੇਖਣ ਨੂੰ ਨਹੀਂ ਮਿਲੀ। ਉਹ ਤਾਂ ਅਮਰੀਕਾ ਦੇ ਵਿੱਚ ਸੁਣੀ ਸੀ, ਦੇਖੀ ਤਾਂ ਨਹੀਂ ਆਪਾਂ। ਪਰ ਹੁਣ ਇਹ ਸਥਿਤੀ ਪੰਜਾਬ ਦੇ ਵਿੱਚ ਆਪਾਂ ਨੂੰ ਤਾਂ ਅੱਖੀਂ ਦੇਖਣ ਨੂੰ ਮਿਲ ਰਹੀ ਹੈ। ਬੈੱਡਾਂ ਦੀ ਘਾਟ ਪੈ ਗਈ ਹੈ, ਆਕਸੀਜਨ ਦੀ ਘਾਟ ਪੈ ਗਈ ਹੈ, ਇੱਥੋਂ ਤੱਕ ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜਾ ਹੈ ਜਗ੍ਹਾ ਦੀ ਘਾਟ ਪੈ ਗਈ ਹੈ। ਬਿਲਕੁਲ ਜੀ। ਇਹ ਡਾਕਟਰ ਸਾਹਿਬ ਅਸਲ ਦੇ ਵਿੱਚ ਇਹ ਜਿਹੜੀ ਕੋਵਿਡ, ਜਿਹਨੂੰ ਆਪਾਂ ਕਰੋਨਾ ਕਹਿ ਸਕਦੇ, ਹੈ ਕੀ ਅਸਲ ਦੇ ਵਿੱਚ, ਜੇ ਆਪਾਂ ਗੱਲ ਕਰੀਏ? ਇਹ ਦਾਨੇਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਇੱਕ ਕਿਸਮ ਦਾ ਵਾਇਰਸ ਹੀ ਆ। ਵਾਇਰਸ ਦੀ ਮੰਨ ਕੇ ਚੱਲੋ ਵੀ ਉਹਦੀ ਕੋਈ ਕੁਆਲਿਟੀ ਨਹੀਂ, ਕੋਈ ਸਿਸਟਮ 'ਚ ਨਹੀਂ ਆਉਂਦਾ, ਆਪਣੀ ਨਿਗਾਹ 'ਚ ਨਹੀਂ ਆਉਂਦਾ। ਜਸਟ ਲਾਈਕ ਜਿਵੇਂ ਤੁਸੀਂ ਐਂ ਸਮਝ ਲਓ ਵੀ ਘਰ 'ਚ ਕੋਈ ਚੋਰੀ ਕਰਨ ਆਉਂਦਾ। ਜੀ। ਉਹ ਵਾਇਰਸ ਇੱਕ ਚੋਰ ਬਣ ਕੇ ਆ ਰਿਹਾ। ਕਈ ਵਾਰੀ ਚੋਰ ਕੰਧ ਟੱਪ ਕੇ ਆ ਜਾਂਦਾ, ਕੋਈ ਕਿਸੇ ਟਾਈਮ ਆ ਗਿਆ, ਕੋਈ ਜਿੰਦਰਾ ਭੰਨ ਕੇ ਆ ਜਾਂਦਾ। ਉਸੇ ਟਾਈਪ ਹੀ ਇਹ ਵਾਇਰਸ ਆ ਜਿਹੜਾ ਬੋਡੀ 'ਚ, ਸੈੱਲਾਂ 'ਚ ਕਿਸੇ ਨਾ ਕਿਸੇ ਰੂਪ 'ਚ ਵਿੰਗੇ ਟੇਢੇ ਢੰਗ ਨਾਲ ਥੋੜ੍ਹੀ ਜਿਹੀ ਆਪਣੀ ਅਣਗਹਿਲੀ ਕਰਕੇ ਇੰਟਰ ਕਰ ਜਾਂਦਾ। ਔਰ ਉਸ ਤੋਂ ਬਾਅਦ 2-3-4 ਦਿਨਾਂ ਦੇ ਵਿੱਚ ਇਹ ਗਲੇ 'ਚ ਰਹਿੰਦਾ। ਉਸ ਤੋਂ ਬਾਅਦ ਇਹ ਛਾਤੀ 'ਚ ਰਹਿੰਦਾ। ਉਸ ਤੋਂ ਪਹਿਲਾਂ ਹੀ ਜੇ ਕੋਈ ਨਾ ਕੋਈ ਥੋੜ੍ਹਾ ਬਹੁਤਾ ਇੰਤਜ਼ਾਮ ਕੀਤਾ ਜਾਵੇ ਜਾਂ ਬੰਦਾ ਪ੍ਰੀਕਾਸ਼ਨ ਰੱਖ ਲੇ, ਜਾਂ ਕੁਛ ਜਿਵੇਂ 30-31 ਸਾਲਾਂ ਤੋਂ ਮੈਂ ਵੀ ਪ੍ਰੈਕਟਿਸ ਕਰ ਰਿਹਾ, ਕੁਛ ਹੋਮੋਪੈਥੀ ਮੈਡੀਸਨਾਂ ਇਹਦੇ ਨਾਲ ਰਿਲੇਟਡ ਆਉਂਦੀਆਂ। ਉਸ ਚੀਜ਼ ਦਾ ਘਰੇ ਇੱਕ ਜਸਟ ਲਾਈਕ ਛੋਟੀ ਜਿਹੀ ਡਿਸਪੈਂਸਰੀ ਟਾਈਪ ਕਹਿ ਸਕਦੇ ਕਿ ਫਸਟ ਏਡ ਕਿੱਟ ਵਗੈਰਾ ਉਹ ਰੱਖ ਲਈ ਜਾਵੇ ਤਾਂ ਇਸ ਚੀਜ਼ ਤੋਂ ਬੜੇ ਸੌਖੇ ਢੰਗ ਨਾਲ ਬਚਿਆ ਜਾ ਸਕਦਾ ਹੈ। ਅੱਛਾ, ਇੱਕ ਇਮਿਊਨ ਸਿਸਟਮ ਦੀ ਗੱਲ ਹੁੰਦੀ ਹੈ ਜੀ। ਇਮਿਊਨ ਸਿਸਟਮ ਕਹਿੰਦੇ ਸਟਰੋਂਗ ਹੋਣਾ ਚਾਹੀਦਾ, ਤੇ ਕਹਿੰਦੇ ਇਹ ਜਿਹੜੀ ਵਾਇਰਸ ਹੈ ਕਹਿੰਦੇ ਉਹਨਾਂ ਲੋਕਾਂ ਤੇ ਬੜੀ ਛੇਤੀ ਮਾਰ ਕਰਦੀ ਹੈ। ਵੈਸੇ ਤਾਂ ਇੱਕ ਕਹਾਵਤ ਹੀ ਹੈ ਜੀ, ਕੋਈ ਵੀ ਚੀਜ਼ ਮਾਰ
ਕਰਦੀ ਹੈ ਤਾਂ ਮਾੜੇ ਤੇ ਹੀ ਕਰਦੀ ਹੈ। ਹੜ੍ਹ ਆ ਗਏ ਤਾਂ ਮਾੜਾ ਘਰ ਡਿੱਗੂ, ਮਾੜੀ ਕੰਧ ਡਿੱਗੂ, ਹਨੇਰੀ ਆ ਗਈ ਤਾਂ ਮਾੜੇ ਛੱਪਰ ਪੱਟੇ ਜਾਂਦੇ ਆ। ਇਸੇ ਤਰ੍ਹਾਂ ਇਹ ਬਿਮਾਰੀਆਂ ਆਉਂਦੀਆਂ ਤਾਂ ਮਾੜਾ ਸਰੀਰ ਨੂੰ ਢਾਹ ਲੈਂਦੀਆਂ ਨੇ। ਬਿਲਕੁਲ। ਸੋ ਖਾਸ ਕਰਕੇ ਕਹਿੰਦੇ ਵੀ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹ ਸਰੀਰ ਦੇ ਵਿੱਚ ਹੈਗੀਆਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਲੋਕਾਂ ਦੇ ਉੱਤੇ ਬਹੁਤ ਛੇਤੀ ਇਹ ਹਮਲਾ ਕਰਦਾ ਹੈ, ਜਿਵੇਂ ਸ਼ੂਗਰ ਹੋ ਗਈ ਜਾਂ ਬਲੱਡ ਜੀ। ਇਹ ਹਮਲਾ ਤਾਂ ਮੰਨ ਕੇ ਚੱਲੋ ਵੀ ਜਿਹੜੀਆਂ ਕਰੋਨਿਕ ਕੇਸ ਤੋਂ ਬੰਦਾ ਜੂਝਦਾ ਪਿਆ ਏ, ਕਿਸੇ ਨੂੰ ਲੀਵਰ ਦੀ ਪ੍ਰੋਬਲਮ ਆ, ਕਿਸੇ ਨੂੰ ਹਲਕੀ ਫੁਲਕੀ ਕਿਡਨੀ ਦੀ ਪ੍ਰੋਬਲਮ ਆ, ਜਾਂ ਪਰਮਾਨੈਂਟ ਕੋਈ ਹਾਰਟ ਦੀ ਦਵਾਈ ਲੈ ਰਿਹਾ, ਜਾਂ ਕੋਈ ਡਾਇਬਟਿਕ ਪੇਸ਼ੈਂਟ ਆ, ਉਹਨਾਂ ਲਗਾਤਾਰ ਜਦੋਂ ਵੀ ਕੋਈ ਮੈਡੀਸਨ ਆਪਾਂ ਲੈਂਦੇ ਆ ਉਹਦੇ ਨਾਲ ਉਹਦੀ ਕੈਪੈਸਿਟੀ, ਉਹਦੀ ਇਮਿਊਨ ਸਿਸਟਮ ਦਿਨੋਂ ਦਿਨ ਘਟ ਜਾਂਦੀ ਆ। ਉਸ ਕਰਕੇ ਇਹ ਜ਼ਿਆਦਾ ਅਟੈਕ ਉਹਨਾਂ ਬੰਦਿਆਂ 'ਤੇ ਇਹ ਓਲਡ ਏਜ 'ਚ ਆਫਟਰ 60 ਉਹਨਾਂ 'ਤੇ ਵੀ ਜ਼ਿਆਦਾ ਇਹ ਇਫੈਕਟ ਕਰਦਾ ਜੀ। ਤੁਸੀਂ ਇਸ ਵਕਤ ਸਾਡੇ ਨਾਲ ਲਾਈਵ ਜੁੜੇ ਹੋਏ ਹੋ, ਤੁਹਾਡੇ ਕੋਈ ਸਵਾਲਾਤ ਨੇ, ਮਨ ਦੇ ਵਿੱਚ ਵਹਿਮ ਹੈ ਕਿਸੇ ਪ੍ਰਕਾਰ ਦਾ ਵੀ ਹੈ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਮਰਦ ਔਰਤ ਸਾਰੇ ਤਰ੍ਹਾਂ ਦੇ, ਤੁਸੀਂ ਕਾਲ ਕਰ ਸਕਦੇ ਹੋ 98 149 10 666, 9814910666 ਜਾਂ 9216410666 ਤੇ। WhatsApp ਦੇ ਉੱਤੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਆਪਣੇ ਸਵਾਲਾਤ ਜਿਹੜੇ ਸਾਡੇ ਤੱਕ ਭੇਜ ਸਕਦੇ ਹੋ। ਡਾਕਟਰ ਸਾਹਿਬ, ਜਿਵੇਂ ਤੁਸੀਂ ਆਖਿਆ ਕਿ ਇਹ ਮਾੜੇ ਸਰੀਰ ਜਿਹੜਾ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਜਾਂ ਦਿਲ ਦੇ ਮਰੀਜ਼ ਨੇ ਜਾਂ ਹੋਰ ਚੀਜ਼ ਹੈ, ਇਹ ਚੀਜ਼ਾਂ ਨੇ। ਆਪਾਂ ਗੱਲ ਕਰਦੇ ਸਭ ਤੋਂ ਪਹਿਲਾਂ ਜਿਵੇਂ ਬੰਦੇ ਨੂੰ ਖੰਘ ਹੋ ਗਈ, ਜਾਂ ਅਕਸਰ ਇਹ ਕਿਹਾ ਜਾਂਦਾ ਕਿ ਇਹ ਨਮੂਨੀਆ ਦਾ ਵਿਗੜਿਆ ਹੋਇਆ ਰੂਪ ਹੈ, ਕਿਉਂਕਿ ਲੰਗਸ ਦੇ ਵਿੱਚ ਪੈ ਗਿਆ ਤਾਂ ਕਹਿੰਦੇ ਨਮੂਨੀਆ ਦਾ ਵਿਗੜਿਆ ਹੋਇਆ ਰੂਪ ਹੈ। ਬਿਲਕੁਲ ਜੀ। ਇਹ ਵਾਕਿਆ ਸਹੀ ਗੱਲ ਹੈ ਕਿ ਜਾਂ ਕਿਵੇਂ? ਇਹ ਅਸਲ ਦੇ ਵਿੱਚ ਜਿਹੜੀ ਕਹਾਣੀ ਕੀ ਹੈ ਕਿ ਜਿਹੜਾ ਕਰੋਨਾ ਜਦੋਂ ਪੈ ਜਾਂਦਾ ਸਰੀਰ ਨੂੰ ਜੀ, ਕਈ ਤਾਂ ਕਹਿੰਦੇ ਕਿ ਰਿਕਵਰ ਹੋ ਜਾਂਦਾ ਆਪਣੇ ਆਪ ਹੀ, 85% ਤੱਕ ਤਾਂ ਹੁਣ ਆਉਣ ਲੱਗ ਪਏ ਵੀ ਆਪਣੇ ਆਪ ਰਿਕਵਰ ਹੋ ਜਾਂਦੇ ਨੇ। ਪਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ICU ਵਾਲੀ ਕੰਡੀਸ਼ਨ, ਉਹ ਕੀ ਹੁੰਦੀ ਹੈ ਅਸਲ ਦੇ ਵਿੱਚ? ਉਹ ਵਿਵਸਥਾ ਕਿਹੜੀ ਹੈ? ਉਹ ਵਿਵਸਥਾ ਦਾਨੇਵਾਲੀਆ ਸਾਹਿਬ ਇਹ ਆ ਵੀ ਜਦੋਂ ਇੱਕ ਤਾਂ ਮੋਸਟਲੀ ਪੈਨਿਕ ਅਟੈਕ ਬਹੁਤ ਹੋਣ ਲੱਗ ਗਏ ਲੋਕਾਂ ਨੂੰ, ਪੈਨਿਕ, ਡਰ ਪੈਣ ਲੱਗ ਗਿਆ ਹਰੇਕ ਚੀਜ਼ ਦਾ। ਆਪਾਂ ਦੇਖਦੇ ਹਾਂ 24 ਘੰਟੇ ਖਬਰ ਸੁਣਦੇ ਹਾਂ, ਕੋਈ ਇੱਧਰੋਂ ਆ ਗਈ, ਕੋਈ TV ਦੇਖ ਲਿਆ, ਕੋਈ ਆਂਢ ਗੁਆਂਢ ਦੇਖ ਲਿਆ, ਕੋਈ ਮਹੱਲੇ 'ਚ ਸ਼ਹਿਰ 'ਚ ਕੋਈ ਰਿਊਮਰ 24 ਘੰਟੇ ਆਪਣੇ ਕੰਨ 'ਚ ਪੈਂਦੇ ਰਹਿੰਦੇ। ਫੇਸਬੁੱਕ ਸੋਸ਼ਲ ਮੀਡੀਆ ਦਾ ਰਿਊਮਰ ਦਾ ਘਰ ਹੀ ਹੋ ਗਿਆ ਨਾ। ਬਿਲਕੁਲ। ਹੁੰਦੀ ਕਹਾਣੀ ਕੋਈ ਹੋਰ ਆ, ਪਾ ਦਿੰਦੇ ਹੋ। ਬਿਲਕੁਲ। ਇਹ ਮੋਸਟਲੀ ਡੈਥ ਹੁੰਦੀ ਆ, ਜਾਂ ਉਹ ਵੈਂਟੀਲੇਟਰ 'ਤੇ ਜਾਂ ਆਕਸੀਜਨ 'ਤੇ ਉਹੀ ਬੰਦੇ ਆਉਂਦੇ ਆ ਜਿਹੜੇ ਬਹੁਤ ਜ਼ਿਆਦਾ ਅਵੇਸਲੇ ਹੋ ਜਾਂਦੇ ਆ, ਤੇ ਜਾਂ ਮੰਨ ਕੇ ਚੱਲੋ ਵੀ ਉਹਨਾਂ ਨੂੰ ਗੰਭੀਰ ਬਿਮਾਰੀਆਂ ਤੋਂ ਪਹਿਲਾਂ ਹੀ ਉਹ ਪ੍ਰਭਾਵਿਤ ਹੋਏ ਹੁੰਦੇ ਆ। ਉਹਨਾਂ ਨੂੰ ਇਹ ਜ਼ਿਆਦਾ ਅਟੈਕ ਕਰਦਾ ਕਿਉਂਕਿ ਜਿਉਂਦੇ ਸੈੱਲ 'ਚ ਇਹ ਘਰ ਬਣਾ ਲੈਂਦਾ। ਉਹ 2-3 ਦਿਨਾਂ 'ਚ ਜੇ ਤੁਸੀਂ ਆਪਦਾ ਕੋਈ ਦੇਸੀ ਨੁਕਸਾ ਜਾਂ ਕੋਈ ਹੋਮੋਪੈਥੀ ਮੈਡੀਸਨ ਜਾਂ ਰੂਟੀਨ ਬਣਾ ਲਓ, ਥੋੜ੍ਹਾ ਬਹੁਤਾ ਕਰਦੇ ਰਹੋ, ਆਪਦੀ ਪ੍ਰੀਕਾਸ਼ਨ, ਸਿਹਤ ਕਹਿੰਦੇ ਇਮਿਊਨ ਸਿਸਟਮ ਨੂੰ ਬਿਲਕੁਲ ਵੀ ਉਹ ਜੇ ਚੀਜ਼ ਖਾਓ ਕਿ ਜਿਹੜੀਆਂ ਜਿਵੇਂ ਆਪਾਂ ਕਹਿੰਦੇ ਨੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਜਿਵੇਂ ਜੀ ਠੰਡ ਲੱਗ ਗਈ ਤਾਂ ਜਸ਼ਾਂਦਾ ਬਣਾ ਲਿਆ, ਉਹ ਚੀਜ਼ ਹੋ ਗਈ। ਗਰਮ ਚੀਜ਼ਾਂ ਖਾਓ, ਜਾਂ ਮੀਟ, ਅੰਡਾ, ਮੱਛੀ, ਇਹੋ ਜਿਹੀਆਂ ਚੀਜ਼ਾਂ। ਬਿਲਕੁਲ। ਇਹ ਜਦੋਂ ਰੂਟੀਨ 'ਚ ਤੁਸੀਂ ਖਾਓਗੇ, ਅਨਟੱਚ ਰਹੋਗੇ ਪਰਿਵਾਰ ਨਾਲੋਂ, ਕਿਸੇ ਘਰ 'ਚ, ਕਿਸੇ ਫੈਮਿਲੀ 'ਚ, ਕਿਸੇ ਕਮਰੇ 'ਚੋਂ ਅਲੱਗ ਰਹਿ ਕੇ 2-4 ਦਿਨ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਵੀ ਹਾਂ ਯਾਰ, ਮੈਂ ਇਸ ਚੀਜ਼ ਤੋਂ ਮੈਨੂੰ ਰਿਕਵਰੀ ਹੋਣ ਲੱਗ ਗਈ, ਮੈਂ ਠੀਕ ਹੋਣ ਲੱਗ ਗਿਆ। ਜਦੋਂ ਆਪਾਂ ਕਿਸੇ ਚੀਜ਼ ਤੋਂ ਅਵੇਸਲੇ ਹੋ ਜਾਂਦੇ ਆ, ਜਾਂ ਫਟਾਫਟ ਥੋੜ੍ਹਾ ਜਿਹੇ ਦਿਨ, 2 ਦਿਨ 3 ਦਿਨ ਬੁਖਾਰ ਹੋਇਆ, ਆਪਾਂ ਸਟਰੋਂਗ ਐਂਟੀਬਾਇਓਟਿਕ ਲੈ ਲਏ, ਆਪਦੀ ਮਰਜ਼ੀ ਨਾਲ ਸਟੀਰੋਇਡ ਲੈ ਲਏ, ਉਹ ਵੀ ਆਪਣੇ ਸਿਸਟਮ ਨੂੰ, ਆਪਣੇ ਇਮਿਊਨ ਸਿਸਟਮ ਨੂੰ ਵੀਕ ਕਰਦੀਆਂ। ਇਮਿਊਨ ਸਿਸਟਮ ਨੇ ਇਸ ਚੀਜ਼ ਨੂੰ ਕੰਟਰੋਲ ਕਰਨਾ ਹੁੰਦਾ। ਆਪਦੀ ਮਰਜ਼ੀ ਨਾਲ ਕੋਈ ਵੀ ਕਿਸੇ ਡਾਕਟਰ ਤੋਂ ਬਿਨਾਂ ਐਲੋਪੈਥੀ ਦਵਾਈ ਬਹੁਤ ਘੱਟ ਲੈਣੀ ਚਾਹੀਦੀ ਆ। ਵਾਰ-ਵਾਰ ਕੋਈ CT ਸਕੈਨ ਕਰਾ ਲਈ, ਇਹ ਕਰਾ ਲਿਆ, ਇਹ ਵੀ ਬੜਾ ਰੇਜ਼ ਪਾਸ ਹੁੰਦੀ ਆ, ਇਹ ਵੀ ਇਸ ਚੀਜ਼ ਦਾ ਕਾਫੀ ਨੁਕਸਾਨ ਕਰਦੀ ਹੈ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਆਖਿਆ ਕਿ ਖਾਣ ਪੀਣ ਦੀ ਸਾਰੀ ਚੀਜ਼ ਹੈਗੀ ਆ ਜਾਂ ਸਾਰਾ ਕੁਝ ਕਰੀਏ, ਤਾਂ ਜਿਵੇਂ ਹੁਣ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਬੜੀ ਵੱਡੀ ਚੀਜ਼ ਆ ਰਹੀ ਹੈ ਕਿ ਹੁਣ ਆਕਸੀਜਨ ਹੈ ਜਿਹੜੀ ਅਸਲ ਦੇ ਵਿੱਚ
ਜਿਹੜੀ ਆਕਸੀਜਨ ਦਾ ਚੱਕਰ ਪਿਆ ਹੋਇਆ ਹੈ, ਅਸਲ ਦੇ ਵਿੱਚ ਸਰੀਰ 'ਚ ਆਕਸੀਜਨ ਦੀ ਕਮੀ ਕਿਉਂ ਆਉਂਦੀ ਹੈ? ਕੀ ਇਹੋ ਜਿਹੀ ਗੱਲ ਹੈਗੀ ਹੈ ਕਿ ਹਮੇਸ਼ਾ ਹੀ ਜਦੋਂ ਆਕਸੀਜਨ ਦੀ ਤਾਂ ਵੈਸੇ ਵੀ ਬੜੀਆਂ ਸੱਟਾਂ 'ਤੇ ਵੱਧ ਲੋੜ ਪੈ ਜਾਂਦੀ ਹੈ ਆਕਸੀਜਨ 'ਤੇ, ਆਪਾਂ ਜੇ ਬੰਦਾ ਕੋਮਾ ਚਲਾ ਗਿਆ ਤਾਂ ਵੀ ਉਹਨੂੰ ਆਕਸੀਜਨ ਦੇਣੀ ਹੈ, ਵੱਧ ਬੁਖਾਰ ਚਲਾ ਗਿਆ ਤਾਂ ਵੀ ਆਕਸੀਜਨ ਦੇਣੀ ਹੈ। ਅਸਲ ਦੇ ਵਿੱਚ ਆਕਸੀਜਨ ਦੀ ਕਮੀ ਹੈ ਕੀ ਚੀਜ਼ ਇਹ ਸਰੀਰ ਦੇ ਵਿੱਚ? ਇਹ ਦਾਨੇਵਾਲੀਆ ਸਾਹਿਬ, ਆਕਸੀਜਨ ਦੀ ਕਮੀ ਤਾਂ ਨੈਚੁਰਲੀ ਆ। ਜਦੋਂ ਬੰਦੇ, ਇੱਕ ਵਾਇਰਸ ਨੂੰ ਕੋਈ ਐਂਟੀਬਾਇਓਟਿਕ ਨਹੀਂ ਮਾਰ ਸਕਦਾ। ਜਦੋਂ ਆਪਾਂ SPOT ਟੈਸਟ ਕਰਾਉਣੇ ਆ, ਉਹਦੇ 'ਚ ਆਮ ਮੋਸਟਲੀ 95% ਆਕਸੀਜਨ ਆਪਣੇ ਬੋਡੀ 'ਚ ਹੁੰਦੀ ਆ ਜੀ। ਜਦੋਂ ਇਹ ਵਾਇਰਸ ਇੱਕਦਮ ਆਪ ਇਨਕਰੀਜ਼ ਹੋ ਜਾਂਦਾ, ਛਾਤੀ ਨੂੰ ਜਾਮ ਕਰ ਲੈਂਦਾ, ਉਹਦੀ ਮੰਨ ਕੇ ਚਲੋ ਬਲੱਡ ਵੈਸਲ 'ਤੇ ਅਟੈਕ ਕਰਦਾ, ਜਾਂ ਛਾਤੀ 'ਚ ਛੋਟੇ ਛੋਟੇ ਬਬਲਸ ਹੁੰਦੇ ਆ, ਉਹਨਾਂ ਨੂੰ ਇਨਕਰੀਜ਼ ਕਰ ਦਿੰਦਾ। ਉਹਨਾਂ 'ਚ ਉਸ ਕਰਕੇ ਜਦੋਂ ਬਲੱਡ ਦੀ ਸਰਕੂਲੇਸ਼ਨ ਘਟ ਜਾਂਦੀ ਆ, ਉਸ ਕਰਕੇ ਹੀ ਆਕਸੀਜਨ ਦੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ। ਫਿਰ ਬੰਦੇ ਨੂੰ ਸਾਹ ਚੜ੍ਹਨ ਲੱਗ ਜਾਂਦਾ, ਕਈ ਵਾਰੀ ਕੋਈ ਅਸਥਮਾ ਟਾਈਪ ਹੋ ਜਾਂਦਾ। ਫਿਰ ਉਹ ਬੰਦਾ ਭੱਜਦਾ ਨੈਚੁਰਲੀ ਵੀ ਕਿਤੇ ਨਾ ਕਿਤੇ ਵੀ ਇਹਦਾ ਕੋਈ ਇੰਤਜ਼ਾਮ ਕੀਤਾ ਜਾਵੇ, ਕੋਈ ਬੈੱਡ ਮਿਲੇ, ਕੋਈ ਹੋਰ ਮਿਲੇ। ਵੈਸੇ ਜੇ ਆਕਸੀਜਨ ਘਟ ਵੀ ਜਾਵੇ, ਕੁਛ ਹੋਮੋਪੈਥੀ ਹੀ ਮੈਡੀਸਨ ਆ, ਜੇ ਤੁਹਾਡੇ ਕੋਲੇ ਘਰ 'ਚ ਪ੍ਰੋਵਾਈਡ ਹੈਗੀਆਂ ਤਾਂ ਤੁਸੀਂ ਉਸ ਮੈਡੀਸਨ ਨਾਲ ਹੀ ਥੋੜ੍ਹਾ ਮੋਟਾ ਕਵਰ ਕਰ ਸਕਦੇ ਹੋ। ਪਰ ਇੱਕਦਮ ਆਪਾਂ ਨੂੰ ਘਬਰਾਹਟ ਹੋ ਜਾਂਦੀ ਆ। ਘਬਰਾਹਟ ਤਾਂ ਵੈਸੇ ਹੀ ਹੋ ਜੇ, ਮੁੜਕਾ ਉਹੀ ਆਉਣ ਲੱਗ ਪੈਂਦਾ ਬੰਦੇ ਨੂੰ। ਹਾਂ, ਸੱਪ ਕੋਲਦੀ ਨਾ, ਕਿ ਜੇ ਸੱਪ ਕਿਹੜਾ ਲੜਿਆ ਹੁੰਦਾ, ਬਿਲਕੁਲ ਤੇ ਬੰਦਾ ਕੀ ਕਹਿੰਦਾ, ਨੀਲਾ ਹੋ ਜਾਂਦਾ। ਬਸ ਉਹ ਮੇਨ ਆ ਵੀ ਪੈਨਿਕ ਲੋਕਾਂ 'ਚ ਜਿਹੜਾ ਡਰ ਆ ਉਹ ਜ਼ਿਆਦਾ ਹੋਇਆ ਵਿਆ। ਜੇ ਥੋੜ੍ਹਾ ਮੋਟਾ ਅਵੇਅਰ ਹੋਵੋਗੇ, ਇਹ ਚੀਜ਼ ਤੁਹਾਡੇ, ਇਹ ਤੋਂ ਬਚਣਾ ਤਾਂ ਤੁਸੀਂ ਆਪ ਦੀ ਹਿੰਮਤ ਨਾਲ ਹੀ ਆ। ਜੇ ਤੁਹਾਡੇ 'ਚ ਆਪ 'ਚ ਹਿੰਮਤ ਹੈਗੀ ਆ, ਤੁਸੀਂ ਮਾਸਕ ਲਾਇਆ, ਤੁਸੀਂ ਸਵੇਰੇ ਉੱਠ ਕੇ ਕੋਈ ਗਰਮ ਪਾਣੀ ਰੂਟੀਨ 'ਚ ਪੀਂਦੇ ਹੋ, ਕੋਈ ਗਰਮ ਚਾਹ ਬਣਾ ਕੇ ਵਧੀਆ, ਮਤਲਬ 2-3 ਜਿਵੇਂ ਕੋਈ ਲੌਂਗ ਇਲਾਇਚੀ ਪਾ ਕੇ ਪੀਂਦੇ ਹੋ, ਤੇ ਵਾਇਰਸ ਦਾ ਤਾਂ ਛਾਤੀ 'ਚ ਖੜ ਹੀ ਨਹੀਂ ਸਕਦਾ। ਬਿਲਕੁਲ। ਤੇ ਨਾਲ ਤੁਹਾਡੀ ਪ੍ਰੀਕਾਸ਼ਨ ਵਾਸਤੇ ਹੋਮੋਪੈਥੀ ਮੈਡੀਸਨ ਬਹੁਤ ਵਧੀਆ ਜੀ। ਠੀਕ ਹੈ। ਘੱਟੋ ਘੱਟ ਇਹ ਆ ਵੀ ਤੁਹਾਡੀ ਵਿਲ ਪਾਵਰ, ਤੁਹਾਡਾ ਸਟੈਮਿਨਾ, ਤੁਹਾਡੀ ਇਮਿਊਨ ਸਿਸਟਮ ਉਹ ਵੀਕ ਨਹੀਂ ਕਰਦੀ। ਸਾਰਿਆਂ ਨਾਲੋਂ ਵੱਡੀ ਗੱਲ ਇਹ ਵੀ ਗੱਲ ਹੈ ਵੀ ਦਿਮਾਗ ਨੂੰ ਸ਼ਾਂਤ ਰੱਖੇ। ਜੀ ਕਾਲ ਲੈਣੇ 92-164 ਤੇ ਆਨ ਹੋ ਰਹੀ ਜੀ। ਕੌਣ ਸਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ, ਸਤਿ ਸ੍ਰੀ ਅਕਾਲ ਜੀ ਦਾਨੇਵਾਲੀਆ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਤੋਂ ਪੁੱਛਣਾ ਸੀ ਜੀ। ਸਾਡੇ ਇੱਥੇ ਕੈਲਗਰੀ ਸਟੇਸ਼ਨ ਤੇ ਨਾ, ਰੈਡ FM ਤੇ ਜੀ ਵੈਦ ਜੀ ਆਏ ਸੀ, ਅਗਰਵਾਲ ਸਾਹਿਬ, ਇੰਡੀਆ ਤੋਂ। ਅੱਛਾ ਜੀ। ਉਹਨਾਂ ਨੇ ਦੱਸਿਆ ਕਿ ਕੋਈ ਗੋਲੀ ਆ CPM ਜੀ, ਵੀ ਉਹ ਹਰ ਵਕਤ ਤੁਸੀਂ ਆਪਦੇ ਬੋਝੇ 'ਚ ਰੱਖੋ। ਜਦੋਂ ਵੀ ਤੁਸੀਂ ਫੀਲਿੰਗ ਲੈ ਰਹੇ ਹੋ ਨਾ ਇਹ ਜੀ ਵੀ ਸਾਨੂੰ ਕੋਵਿਡ ਹੋ ਰਿਹਾ, ਵੀ ਖੰਘ ਜ਼ੁਕਾਮ ਜਾਂ ਕੋਈ ਛਿੱਕਾਂ ਜਾਂ ਕੋਈ ਬਦਨ ਵਿੱਚ ਦਰਦ ਜੀ, ਵੀ ਤੁਸੀਂ ਐਟ ਏ ਟਾਈਮ ਉਹ ਗੋਲੀ ਲੈ ਲਓ। ਉਹਦੇ ਨਾਲ ਤੁਹਾਨੂੰ ਕਿਸੇ ਕਿਸਮ ਦਾ ਕੋਵਿਡ ਆ ਜਿਹੜਾ ਇਹ ਕਰੋਨਾ ਬਿਲਕੁਲ ਅਟੈਕ ਨਹੀਂ ਕਰੂਗਾ। ਅੱਛਾ, ਉਹ ਦੱਸ ਕੇ ਗਏ ਨੇ CPM ਕੈਨੇਡਾ 'ਚ ਕਿੱਥੋਂ ਮਿਲਦੀ ਹੈ ਜੀ? ਜਾਂ CPM ਫਾਰਮੇਸੀਆਂ, ਹਾਂਜੀ, ਇੱਥੇ ਵੀ ਫਾਰਮੇਸੀਆਂ ਤੇ ਮਿਲ ਸਕਦੀ ਹੈ ਜੀ। ਅੱਛਾ, ਮਿਲ ਜਾਂਦੀ ਹੈ ਜੀ। ਹਾਂਜੀ। ਬਾਜੀ ਕੱਲ ਦਾ ਪ੍ਰੋਗਰਾਮ ਸੁਣਿਆ ਮੈਂ ਜੀ। ਅੱਛਾ ਡਾਕਟਰ ਸਾਹਿਬ, ਹਾਂਜੀ ਡਾਕਟਰ ਸਾਹਿਬ ਕੀ ਕਹਿੰਦੇ ਤੁਸੀਂ? ਬਾਜੀ CPM ਖੈਰ ਉਹਨਾਂ ਨੇ ਦੱਸਤਾ ਹੋਣਾ ਵੈਜੀਆਂ ਨੇ। CPM ਤਾਂ ਜਸਟ ਲਾਈਕ ਇੱਕ ਐਲੋਪੈਥੀ ਮੈਡੀਸਨ ਆ, ਐਂਟੀ ਅਲਰਜਿਕ ਮੈਡੀਸਨ ਆ। ਜਿਵੇਂ ਆਪਾਂ ਬੈਟਰੀਸੋਨ ਲੈਂਦੇ ਆ, ਡੈਕਸਾਮੀਥਾਜ਼ੋਨ ਲੈਂਦੇ ਆ, ਜਾਂ ਕੋਈ ਸਿਟਰਾਜ਼ਨ ਵਗੈਰਾ ਲੈਂਦੇ ਆ। ਇਹ ਜਸਟ ਲਾਈਕ ਇੱਕ ਸਟੀਰਾਇਡ ਆ। ਅੱਛਾ, ਇਹ ਰੂਟੀਨ 'ਚ ਕੋਈ ਵੀ ਦਵਾਈ ਤੁਸੀਂ ਜੇ ਸਿਟਰਾਜ਼ਨ ਵੀ ਰੋਜ਼ ਲੈਂਦੇ ਹੋ, ਉਹ ਵੀ ਤੁਹਾਨੂੰ ਮੇਰਾ ਖਿਆਲ ਹਾਨੀਕਾਰਕ ਹੁੰਦੀ ਆ। ਠੀਕ ਹੈ। ਤੇ CPM 'ਚ ਸ਼ਾਇਦ ਹੋ ਸਕਦਾ ਕੋਈ ਇਹੋ ਜਿਹਾ ਕੋਈ ਨੁਕਤਾ ਹੋਵੇ, ਪਰ ਵੈਦਗਿਰੀ ਦੀ ਵੈਦ ਦੇ ਵਿੱਚ ਕੋਈ ਅਜਮਾਇਆ ਹੁੰਦਾ, ਹੋਵੇ ਖੜੇ ਪੈਰ ਇਹੋ ਜਿਹੀ ਚੀਜ਼ ਹੁੰਦੀ ਆ ਕੋਈ, ਆਪਾਂ ਤੁਸੀਂ ਰਿਕਮੈਂਡ ਕਰਦੇ? ਨਹੀਂ, ਮੈਂ ਰਿਕਮੈਂਡ ਨਹੀਂ ਕਰਦਾ ਜੀ CPM ਨੂੰ। ਰੈਗੂਲਰ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ CPM ਨਾਲ ਕਰੋਨਾ ਠੀਕ ਹੋ ਜਾਊਗਾ। ਉਹ ਜ਼ੁਕਾਮ ਵਾਸਤੇ ਮਾੜਾ ਮੋਟਾ ਜਿਹੜਾ ਕੋਈ ਹੋਏਗਾ
ਗਲਾ ਗੋਲੇ ਦੀ ਗਲੇ ਖਾਰਸ਼ ਖਤਮ ਕਰ ਦੂਗੀ। ਬਿਲਕੁਲ ਬਿਲकुल ਬਿਲकुल। ਜੀ ਜੀ ਬਾਈ ਜੀ ਹੋਰ ਕੀ ਕਹਿਣਾ ਚਾਹੁੰਦੇ ਜੀ? ਬਸ ਇੱਕ ਮੈਂ ਪਤਾ ਕਰਨਾ ਸੀ ਜੀ, ਮੇਰੀ ਮਾਤਾ ਜੀ ਦਾ ਅਲਟਰਾਸਾਊਂਡ ਹੋਣਾ ਵੀ ਉਹ ਕਰਾ ਲੈਣ ਜਾਂ ਨਾ? ਡਾਕਟਰ ਸਾਹਿਬ ਨੇ ਕਿਹਾ ਸੀ ਕਰਵਾ ਲਓ। ਕਾਦੀ ਗੱਲ, ਕਿਸ ਚੀਜ਼ ਲਈ ਬਾਅਦ ਅਟੈਕ ਤਾਂ ਨਹੀਂ ਹੋਊ ਕਰੋਨਾ ਦਾ? ਕਿਸ ਚੀਜ਼ ਦਾ ਹੈ ਜੀ, ਕਿਸ ਚੀਜ਼ ਕਰਕੇ ਕਰਾਉਣਾ ਚਾਹੁੰਦੇ ਨੇ? ਕੀ ਪਹਿਲਾਂ ਕੀ ਉਹਨਾਂ ਨੂੰ? ਹਾਰਟ ਕਰਕੇ ਜੀ। ਹਾਰਟ ਕਰਕੇ ਜੀ ਡਾਕਟਰ ਸਾਹਿਬ। ਹਾਰਟ ਕਰਕੇ। ਕਿੰਨੀ ਕੁ ਉਮਰ ਕਿੰਨੀ ਗਾ ਮਾਤਾ ਜੀ ਦੀ? ਉਹਨਾਂ ਦੀ 75 ਸਾਲ ਦੀ ਉਮਰ ਹੈ ਜੀ। 75 ਸਾਲ ਦੀ ਉਮਰ ਆ। ਤੇ ਆਮ ਰੂਟੀਨ 'ਚ ਕੋਈ ਹਾਰਟ ਦੀ ਮੈਡੀਸਨ ਚੱਲਦੀ ਰਹਿੰਦੀ ਆ? ਕੋਈ ਬਲੱਡ ਪ੍ਰੈਸ਼ਰ ਘਟਦੇ ਦੀ ਵੱਧਦੇ ਦੀ ਕੋਈ ਹੋਰ? ਹਾਂਜੀ, ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਜੀ। ਅੱਛਾ ਠੀਕ ਹੈ, ਨਹੀਂ ਹੈ। ਠੀਕ ਹੈ, ਡਾਕਟਰ ਸਾਹਿਬ ਨੇ ਕਿਹਾ ਤਾਂ ਉਹ ਅਵශ්य ਜਿਹੜਾ ਕਰਵਾ ਲੈਣਾ ਕਰਵਾ ਸਕਦੇ ਆ ਜੀ ਜੀ। ਉਹਦਾ ਕੋਈ ਦਿੱਕਤ ਵਾਲੀ ਗੱਲ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ। ਓਕੇ ਜੀ। ਓਕੇ, ਤੇ ਤੁਸੀਂ ਹੋਰ ਕਾਲਸ ਵੀ ਕਰ ਸਕਦੇ ਹੋ ਜੀ 9164 10666 98 149 10666 ਦੇ ਉੱਤੇ। ਵੈਸੇ ਤਾਂ ਡਾਕਟਰ ਸਾਹਿਬ ਜਿਵੇਂ ਚੀਜ਼ ਇੱਕ ਵਾਰੀ ਫੀਲਿੰਗ ਜਿਵੇਂ ਆਪਾਂ ਕਹਿੰਦੇ ਕਿ ਆਪਾਂ ਨੂੰ ਆਉਣੀ ਸ਼ੁਰੂ ਹੁੰਦੀ ਹੈ, ਗਲਾ ਸਭ ਤੋਂ ਪਹਿਲਾਂ ਤਾਂ ਸਿੰਪਟਮ ਕਹਿੰਦੇ ਗਲਾ ਜਾਂ ਛਿੱਕਾਂ ਹੀ ਹੁੰਦੀਆਂ ਨੇ, ਪਰ ਜੇ ਆਪਾਂ ਗੱਲ ਕਰੀਏ ਤਾਂ ਗਲੇ ਦੇ ਵਿੱਚ ਜਦੋਂ ਕਹਿੰਦੇ ਖੁਰਕ ਹੋਣੀ ਸ਼ੁਰੂ ਹੋ ਜੇ ਉਦੋਂ ਪਤਾ ਲੱਗਦਾ। ਜਾਂ ਕਹਿੰਦੇ ਅੱਜ ਇੱਕ ਹਾਸੇ ਵਾਲੀ ਗੱਲ ਵੀ ਆ ਗਈ, ਕਿਤੇ ਨੌਕਰਾਣੀ ਆਈ ਘਰੇ, ਕਹਿੰਦੇ ਉਹਨੇ ਖਾਣਾ ਬਣਾਇਆ, ਨਮਕ ਨਹੀਂ ਪਾਇਆ ਉਹਦੇ ਵਿੱਚ, ਤੇ ਉਹ ਘਰਦਿਆਂ ਨੂੰ ਨਮਕ ਨਹੀਂ ਲੱਗਾ, ਸਾਰੇ ਕਰੋਨਾ ਦਾ ਟੈਸਟ ਕਰਾਉਣ ਪਹੁੰਚ ਗਏ। ਠੀਕ ਹੈ, ਇਹ ਵੀ ਵੈਸੇ ਚਲੋ ਵਿੱਚ ਲਾਈਟਰ ਵੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਪਰ ਇਹਦੇ ਵਿੱਚ ਹੋਰ ਕੀ ਜਿਹੜੇ ਨੁਕਸਾਨ ਇਹ ਜਦੋਂ ਪੈਂਦਾ, ਲਿਵਰ ਨੂੰ ਵੀ ਕੋਈ ਪੈ ਜਾਂਦਾ ਜਾਂ ਕੀ ਚੀਜ਼ ਹੁੰਦੀ ਹੈ ਅਸਲ ਦੇ ਵਿੱਚ ਜਿਹੜੀ ਇਹ ਡੈਥ ਹੁੰਦੀ ਹੈ, ਉਹਦੇ ਕਾਰਨ ਕੀ ਗਿਣੇ ਜਾਂਦੇ ਨੇ? ਇੱਕ ਮਲਟੀ ਆਰਗੈਨਿਕ ਫੇਲੀਅਰ ਜਾਂ ਕੀ ਆਰਗਨ ਫੇਲੀਅਰ ਜਾਂ ਕੀ ਚੀਜ਼ ਹੁੰਦੀ ਹੈ ਜੀ? ਇਹ ਦਾਨੀਵਾਲ ਸਾਹਿਬ ਜਦੋਂ ਇਹ ਡੈਥ ਵਾਲੇ ਪਾਸੇ ਜਾਂਦੇ ਆ ਨਾ, ਉਦੋਂ ਤਾਂ ਇਹ ਸਮਝੋ ਵੀ ਇਹਦੀ ਜਿਹੜੀ ਅਟੈਕ ਆ ਉਹ ਲੀਵਰ ਤੇ ਵੀ ਹੁੰਦੀ ਆ, ਮੋਸਟਲੀ ਹਾਰਟ ਤੇ ਵੀ ਇਹਦਾ ਅਸਰ ਹੁੰਦਾ ਜੀ। ਹਾਰਟ ਫੇਲੀਅਰ ਵੀ ਹਾਰਟ ਫੇਲੀਅਰ ਹੁੰਦਾ, ਉਹਦੇ ਕਰਕੇ ਵੀ ਇਹਦਾ ਮਤਲਬ ਜੇ ਕੋਈ ਪ੍ਰੋਪਰ ਤੁਹਾਨੂੰ ਮੌਕੇ ਤੇ ਕੋਈ ਨਹੀਂ ਇੰਤਜ਼ਾਮ ਹੁੰਦਾ ਤਾਂ ਤੁਸੀਂ ਘੱਟੋ ਘੱਟ ਕੋਈ ਥੋੜ੍ਹਾ ਮੋਟਾ ਮੰਨ ਕੇ ਚੱਲੋ ਵੀ ਤੁਸੀਂ ਕਰੋਨਾ ਪੋਜ਼ੀਟਿਵ ਹੋ ਗਏ ਜਾਂ ਤੁਸੀਂ ਸੀਰੀਅਸ ਹੁੰਦੇ ਜਾਂਦੇ ਹੋ, ਤੁਹਾਨੂੰ ਕੋਈ ਪ੍ਰੋਪਰ ਬੈੱਡ ਨਹੀਂ ਮਿਲਦਾ, ਕੋਈ ਹੌਸਪੀਟਲ ਟਰੀਟਮੈਂਟ ਨਹੀਂ ਮਿਲਦਾ। ਮੇਰੇ ਮੁਤਾਬਕ, ਮੈਂ ਜਿੱਥੋਂ ਤੱਕ ਹੈਗਾ ਮੇਰਾ ਤਜਰਬਾ, ਵੀ ਹੋਮੋਪੈਥੀ ਦਵਾਈ ਨਾਲ ਜੇ ਚਲਾਉਂਦੇ ਰਹੋਗੇ ਤਾਂ ਤੁਹਾਡੀ ਕਮ ਸੇ ਕਮ ਡੈਥ ਨਹੀਂ ਹੋਊਗੀ। ਰਿਕਵਰ ਕਰ ਜਾਓਗੇ। ਇਹ ਕਿਹੜੀਆਂ ਦਵਾਈਆਂ, ਜਿਵੇਂ ਤੁਸੀਂ ਕਹਿੰਦੇ ਹੋ ਕਿ ਕਿਹੜੀ ਦਵਾਈ ਜੇ ਆਪਾਂ ਹੁਣੇ ਹੀ ਸ਼ੁਰੂ ਕਰਾ ਦਈਏ ਵੀ ਚਲੋ ਜੀ ਰੂਟੀਨ ਦੇ ਵਿੱਚ ਹੁਣੇ ਹੀ ਨਹੀਂ ਵੀ ਹੋਇਆ ਕੋਈ ਤਾਂ ਵੀ ਲੈਣੀ ਸ਼ੁਰੂ ਕਰ ਦਿਓ ਜੀ? ਇਹ ਸਾਡੀਆਂ ਨੇ ਜੀ ਕਈ ਹਾਰਟ ਮਤਲਬ ਇਸ ਚੀਜ਼ ਨਾਲ, ਚੈਸਟ ਨਾਲ ਸੰਬੰਧਿਤ 3-4, ਇਸ ਵਾਇਰਸ ਨਾਲ ਸੰਬੰਧਿਤ 3-4 ਮੈਡੀਸਨਾਂ ਆਪਾਂ ਦਵਾਈ ਦੀ ਅੱਗੇ ਗੱਲ ਕਰਦੇ, ਪਹਿਲਾਂ ਕਾਲ ਲੈ ਲਈਏ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੇ ਹੋ 98 149 ਤੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਸਾ ਬੋਲਦੇ ਹੋ, ਕਿੱਥੋਂ ਬੋਲਦੇ ਹੋ? ਮੈਂ ਚਾਣਾ ਖੁਰ ਤੋਂ ਬੋਲਦਾ ਜੀ, ਸੰਧੂਰਾ ਸਿੰਘ ਧੋਤਾ ਜੀ। ਜੀ ਜੀ ਸਰ ਮੇਰਾ ਨਾ ਕਰੋਨਾ ਪੋਜ਼ਿਟਿਵ ਹੈ ਜੀ। ਮੈਂ ਨਾ ਕੁਆਰੰਟਾਈਨ ਹੈ ਜੀ, ਹੋ ਗਏ ਘਰੇ 7 ਦਿਨ ਜੀ। ਅੱਛਾ ਜੀ। ਸਰ ਪ੍ਰੋਬਲਮ ਕੋਈ ਨਹੀਂ ਹੈਗੀ। ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਆਈ ਹੌਸਲੇ 'ਚ ਰਹੋ। ਬਿਲਕੁਲ ਬੜਾ, ਇਹ ਵੀ ਬਹੁਤ ਵੱਡੀ ਚੀਜ਼ ਹੈ ਜੀ। ਜੀ ਜੀ ਸਰ ਇਹ ਪੁੱਛਣਾ ਚਾਹੁੰਦਾ ਖਾਣ ਪੀਣ ਕੀ ਚਾਹੀਦਾ ਜੀ? ਮੈਨੂੰ ਖਾਣਾ ਪੀਣਾ ਕੀ ਚਾਹੀਦਾ? ਤੁਸੀਂ ਵੈਸ਼ਨੂ ਹੋ ਕਿ ਖਾ ਲੈਂਦੇ? ਨਹੀਂ ਮੈਂ ਸਰ ਪੈਗ ਲਾ ਲੈਣਾ ਜੀ, ਡੇਲੀ ਪੈਗ ਲਾਉਣਾ ਮੈਂ। ਪੈਗ ਨਾ ਲਾਓ, ਪੈਗ ਤਾਂ ਬੰਦ ਕਰ ਦਿਓ ਵੈਸੇ, ਤੇ ਵੈਸੇ ਮੀਟ ਸ਼ੀਟ ਖਾ ਲੈਂਦੇ ਹੋ ਜੀ ਡਾਕਟਰ ਸਾਹਿਬ ਜੀ? ਹਾਂਜੀ ਖਾ ਲੈਂਦੇ। ਤੁਸੀਂ ਮੰਨ ਕੇ ਚੱਲੋ ਵੀ 2-3 ਵਾਰੀ ਤਾਂ ਚਾਹ ਦੀ ਆਦਤ ਪਾਓ, ਵਿੱਚ ਜਮੈਨ ਪਾ ਲਈ, ਵਿੱਚ ਲੌਂਗ, ਦਾਲਚੀਨੀ ਪਾ ਲਈ, ਦਾਲਚੀਨੀ, ਠੀਕ ਹੈ, ਤੇ ਮਤਲਬ ਦਾਲਚੀਨੀ, ਇਹ 4-5 ਵਾਰੀ ਦਿਨ ਵੀ ਦੀ ਭਾਵੇਂ 1-1 ਕੱਪ ਚਾਹ ਪੀਓ, ਗਰਮ ਪਾਣੀ ਪੀਓ। ਨਾਲ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਮਾੜੀ ਮੋਟੀ ਹੋਮੋਪੈਥੀ ਦੱਸਣ ਦੀ, ਤੁਹਾਡੇ ਇੱਥੇ ਅਵੇਲੇਬਲ ਹੋਊਗੀ ਕਿਤੇ ਨਾ ਕਿਤੇ, ਉਹ ਮੰਗਾ ਕੇ ਰੱਖ ਲਿਓ। ਰੂਟੀਨ 'ਚ ਤੁਸੀਂ ਠੀਕ ਵੀ ਹੋ ਤਾਂ ਵੀ ਲੈਂਦੇ ਰਹੋ। ਘੱਟੋ ਘੱਟ ਜਦੋਂ ਤੁਸੀਂ 10 ਦਿਨਾਂ ਬਾਅਦ 15 ਦਿਨਾਂ ਬਾਅਦ ਆਪਦਾ ਟੈਸਟ ਦੁਬਾਰੇ ਕਰਾਓਗੇ, ਉਹ ਤੁਹਾਡਾ ਬਿਲਕੁਲ ਨੈਗੇਟਿਵ ਆਊਗਾ। ਵੈਸੇ ਕਿਹਾ ਜਾਂਦਾ ਕਿ ਅੱਛੀ ਖੁਰਾਕ ਲਈ ਜਾਵੇ, ਜੇ ਤੁਸੀਂ ਫਿਸ਼ ਲੈ ਸਕਦੇ ਹੋ, ਫਿਸ਼ ਲੈ ਸਕਦੇ, ਤਲੀ ਨਾ ਲਓ, ਤਲੀ ਚੀਜ਼ ਨਾ ਖਾਓ। ਇੱਕ ਚੀਜ਼ ਦਾ ਧਿਆਨ ਰੱਖੋ, ਪੈਗ ਪਲੀਜ਼, ਮੇਰੀ ਬੇਨਤੀ ਹੈ ਜੀ। ਪੈਗ ਡਾਕਟਰ ਸਾਰੇ ਕਹਿੰਦੇ, ਕਿਉਂਕਿ ਜਦੋਂ ਕੋਈ ਵੀ ਸਾਡੇ ਵਿੱਚ ਵਾਇਰਸ ਆ ਜਾਂਦਾ ਜਾਂ ਸਾਡੇ ਅੰਦਰ ਕੋਈ ਇਨਫੈਕਸ਼ਨ ਹੁੰਦੀ ਹੈ ਤਾਂ ਉਹ
ਜਿਹੜੀ ਦਾਰੂ ਆ ਵਧਾਉਂਦੀ ਹੈ। ਆਮ ਲੋਕਾਂ 'ਚ ਕਹਾਵਤ ਹੈ ਕਿ ਦਾਰੂ ਘਟਾ ਦਿੰਦੀ ਹੈ, ਪਰ ਨਹੀਂ, ਮੇਰੇ ਖਿਆਲ ਡਾਕਟਰ ਸਾਹਿਬ ਬਿਲਕੁਲ ਲਿਕਰ ਵਧਾਉਂਦੀ ਹੈ ਇਸ ਚੀਜ਼ ਨੂੰ। ਬਿਲਕੁਲ ਬਿਲਕੁਲ। ਤੁਸੀਂ ਥੋੜ੍ਹੇ ਦਿਨ ਜਿੰਨੇ ਵੀ ਕਾਫੀ ਦੇਰ ਤੋਂ ਪੀ ਰਹੇ ਹੋ ਜਾਂ ਰੂਟੀਨ 'ਚ ਪੀ ਰਹੇ ਹੋ, ਥੋੜ੍ਹੇ ਦਿਨ ਇਹਨੂੰ ਅਵੋਇਡ ਕਰ ਦਿਓ, ਥੋੜ੍ਹੇ ਦਿਨ ਬੰਦ ਕਰ ਦਿਓ। ਚਲੋ ਲਾਈਫ ਤੋਂ ਕਿਹੜੀ ਚੀਜ਼ ਚੰਗੀ ਵੱਧ ਆ। ਨਹੀਂ ਹੋ ਸਕਦੀ। ਹਾਂ, ਬਾਕੀ ਤਾਂ ਜਿਵੇਂ ਆਪਾਂ ਕਹਿ ਜਾਂਦਾ ਜੀ, ਛੋਲਿਆਂ ਦਾ ਸੂਪ ਵੀ ਬੜੀ ਵਧੀਆ ਚੀਜ਼, ਬਿਲਕੁਲ, ਬਿਲਕੁਲ। ਕਾਲੇ ਛੋਲਿਆਂ ਦਾ ਸੂਪ, ਸਭ, ਹਾਂ ਬਿਲਕੁਲ, ਵੈਜੀਟੇਬਲ ਸੂਪ, ਜੋ ਚੀਜ਼ ਆਈ ਜਾਵੇ ਜੀ, ਖੁਰਾਕ ਖਾਈ ਚੱਲੋ, ਥੋੜੀ ਥੋੜੀ, ਢਿੱਡ ਨਾ ਭਰੋ, ਖਾਂਦੇ ਰਹੋ ਚੰਗੀ ਖੁਰਾਕ। ਹਾਂਜੀ ਹਾਂਜੀ, ਥੋੜਾ ਥੋੜਾ ਲੈ ਰਿਹਾ ਜੀ ਮੈਂ। ਤੇ ਐਲੋਪੈਥੀ ਦੇ ਵਿੱਚ ਮੈਂ ਲੈ ਰਿਹਾ ਸੀਗਾ ਸਰ ਡਾਕਸੀਸਾਈਲਿਨ, ਵਿਟਾਮਿਨ ਸੀ, ਬਿਲਕੁਲ ਬਿਲਕੁਲ, ਤੇ ਆਪਣਾ ਐਂਟੀਆਕਸੀਡੈਂਟ ਲੈ ਰਿਹਾ ਸੀਗਾ ਜੀ। ਜੀ ਬਿਲਕੁਲ ਤੁਹਾਡੀ ਆਵਾਜ਼ ਸਹੀ ਆ, ਤੁਹਾਡਾ ਹੌਸਲਾ ਸਹੀ ਹੈ, ਹੌਸਲਾ ਸਹੀ ਆ। ਔਰ ਪਰਮਾਤਮਾ ਅੱਗੇ ਅਸੀਂ ਵੀ ਅਰਦਾਸ ਕਰਦੇ ਹਾਂ ਵੀ 5-7 ਦਿਨਾਂ 'ਚ ਤੁਸੀਂ ਨੈਗੇਟਿਵ ਹੋ ਕੇ ਆ ਜਾਓਗੇ। ਜੀ ਧੰਨਵਾਦ ਡਾਕਟਰ ਸਾਹਿਬ। ਦਵਾਈ ਇੱਕ ਮੈਂ ਕਹਿੰਦਾ ਕਿ ਸਾਰੇ ਲਿਸਨਰ ਪੈਨ ਕਾਗਜ਼ ਜ਼ਰੂਰ ਰੱਖ ਲੈਣ, ਤੇ ਤੁਹਾਡਾ ਮੈਂ ਨੰਬਰ ਵੀ ਅਨਾਊਂਸ ਕਰ ਦੂੰਗਾ ਜੀ ਵਿੱਚ, ਜੇ ਲੋੜ ਹੋਈ ਤਾਂ ਡਾਕਟਰ ਸਾਹਿਬ ਤੋਂ ਤੁਸੀਂ ਸਲਾਹ ਮਸ਼ਵਰਾ ਵੀ ਕਰ ਸਕਦੇ ਹੋ। ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਬੇਨਤੀ ਹੈ ਜੀ, ਅੱਧੀ ਰਾਤ ਨੂੰ ਫੋਨ ਨਾ ਕਰਿਓ। ਕਈ ਵੀਰ ਫਿਰ 12-1 ਵਜੇ ਜਗਾਉਣ ਲੱਗ ਪੈਂਦੇ ਹੋ, ਮੁਸ਼ਕਿਲ ਆ ਜਾਂਦੀ ਹੈ। ਡਾਕਟਰ ਸਾਹਿਬ ਕਿਹੜੀ ਦਵਾਈ ਤੁਸੀਂ ਕਹਿੰਦੇ ਸੀ ਕਿ ਰੂਟੀਨ ਦੇ ਵਿੱਚ ਆਪਾਂ ਅੱਜ ਹੀ ਜਿਵੇਂ ਸ਼ੁਰੂ ਕਰ ਲਈਏ? ਇਹ ਮੈਡੀਸਨ ਜਿਹੜੀ ਤੁਸੀਂ ਬਣਾਉਣੀ ਆ, ਤੁਸੀਂ ਮੰਨ ਕੇ ਚੱਲੋ ਵੀ ਆਪਦਾ ਪੈਨ ਕਾਪੀ ਚੱਕ ਕੇ, ਜਿਹੜੀ ਤੁਹਾਨੂੰ ਖੰਘ ਜ਼ੁਕਾਮ ਰੇਸ਼ਾ ਕਿਤੇ ਵੀ ਕੋਈ ਬਿਨਾਂ ਕਰੋਨਾ ਤੋਂ, ਬਿਨਾਂ ਟੈਸਟ ਤੋਂ, ਜੇ ਤੁਹਾਨੂੰ ਕਿਤੇ ਕੋਈ ਠੰਡ ਠਾਰੀ ਲੱਗਦੀ ਆ, ਸਾਡੀਆਂ ਮੈਡੀਸਨਾਂ ਆਉਂਦੀਆਂ, ਡਰੋਸਰਾ ਕਿਊ ਮਦਰ ਟਿੰਚਰ ਆਉਂਦੀ ਆ ਸਰ, ਇਪੀਕਾਕ ਮਦਰ ਟਿੰਚਰ ਆਉਂਦੀ ਆ, ਸਨੇਗਾ ਮਦਰ ਟਿੰਚਰ ਆਉਂਦੀ ਆ, ਜਸਟੀਸ਼ੀਆ ਮਦਰ ਟਿੰਚਰ ਆਉਂਦੀ ਆ। ਉਹ ਚਾਰਾਂ ਮੈਡੀਸਨਾਂ ਨੂੰ 30 ml ਦੀ ਪੈਕਿੰਗ ਮਿਲ ਜਾਂਦੀ ਆ ਜੀ, ਜਿੱਥੋਂ ਮਰਜ਼ੀ ਪਰਚੇਜ਼ ਕਰ ਲਓ, ਜਿਹੜੇ ਮਰਜ਼ੀ ਤੁਸੀਂ ਥਾਂ ਤੇ ਬੈਠੇ ਹੋ। ਜੀ ਜੀ। ਉਹ 120 ml ਨੂੰ ਵੱਡੀ ਸੀਸੀ 'ਚ ਪੈਕ ਕਰਕੇ ਰੱਖ ਲਓ। ਜਦੋਂ ਤੁਹਾਨੂੰ ਕਿਤੇ ਕੋਈ ਮਾੜੀ ਮੋਟੀ ਕਿਸੇ ਬੱਚੇ ਨੂੰ ਤਕਲੀਫ ਆਉਂਦੀ ਆ, ਉਹਦੀਆਂ 10-10 ਬੂੰਦਾਂ ਗਰਮ ਪਾਣੀ 'ਚ ਪਾ ਕੇ 3 ਵਾਰੀ, ਜੇ ਥੋੜ੍ਹਾ ਜਿਹਾ ਓਲਡ ਏਜ ਆ ਉਹਨੂੰ 20-20 ਬੂੰਦਾਂ, ਤੁਸੀਂ ਆਪ 20-20 ਬੂੰਦਾਂ, ਭੈਣ ਜੀ ਕੋਈ ਲੇਡੀਜ਼ ਆ ਉਹਨੂੰ ਵੀ 20-20 ਬੂੰਦਾਂ, ਮਤਲਬ ਕੋਈ ਵੀ ਮੈਡੀਸਨ ਇਸ ਨੂੰ ਰੂਟੀਨ 'ਚ ਲੈ ਸਕਦਾ। ਤੁਸੀਂ ਸਾਨੂੰ WhatsApp ਕਰ ਸਕਦੇ ਹੋ, ਜੇ ਨਹੀਂ ਸਮਝ ਆਈ ਤਾਂ ਅਸੀਂ ਤੁਹਾਨੂੰ ਇਹ ਸਾਰੀ ਚੀਜ਼ ਦਾ ਇੱਕ ਮੈਸੇਜ ਬਣਾ ਕੇ ਜਿਹੜਾ ਹੈ ਤੁਹਾਨੂੰ ਅਸੀਂ ਭੇਜ ਦਿਆਂਗੇ। 92-164 ਤੇ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੌਣ ਸਾਹਿਬ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ। ਮੈਂ ਪ੍ਰੀਤੀ ਰਾਸੀ ਬੋਲ ਰਿਹਾ ਜੀ, ਲੁਧਿਆਣੇ ਤੋਂ। ਜੀ ਜੀ। ਡਾਕਟਰ ਸਾਹਿਬ ਨੂੰ ਸਵਾਲ ਸੀਗਾ ਜੀ ਵੀ ਆਪਣਾ ਕਰੋਨਾ ਦੇ ਬਾਰੇ ਜਦੋਂ ਵੀ ਗੱਲ ਚੱਲਦੀ ਹੈ ਜੀ, ਉਹਨਾਂ ਨੂੰ ਪਹਿਲਾਂ ਕੋਈ ਰੋਗ ਹੋਵੇ ਤਾਂ ਉਹ ਜ਼ਿਆਦਾ ਬੰਦੇ ਸੀਰੀਅਸ ਹੋ ਜਾਂਦੇ ਆ ਜੀ, ਜਿਹਦੇ ਵਿੱਚ ਇੱਕ ਬਲੱਡ ਪ੍ਰੈਸ਼ਰ ਦਾ ਨਾਮ ਵੀ ਲਿਆ ਜਾਂਦਾ। ਉਹ ਇੱਕ ਬਲੱਡ ਪ੍ਰੈਸ਼ਰ ਨੂੰ ਕਈ ਬੰਦਿਆਂ ਨੂੰ ਤਾਂ ਬਹੁਤ ਜ਼ਿਆਦਾ ਸੀਰੀਅਸ ਪ੍ਰੋਬਲਮ ਹੁੰਦੀ ਹੈ, ਕਈ ਬੰਦਿਆਂ ਦਾ ਨਾਰਮਲ ਹੁੰਦਾ ਵੀ ਠੀਕ ਹੈ ਜੀ, ਗੋਲੀ ਚੱਲਦੀ ਹੈ, ਸਵੇਰੇ ਬ੍ਰੇਕਫਾਸਟ ਕੀਤਾ, ਗੋਲੀ ਲੈ ਲਈ, ਬਲੱਡ ਪ੍ਰੈਸ਼ਰ ਨਾਰਮਲ ਆ ਜੀ। ਕਿੰਨੇ ਕੁ ਬਲੱਡ ਪ੍ਰੈਸ਼ਰ ਵਾਲੇ ਨੂੰ ਜ਼ਿਆਦਾ ਇਹਦਾ ਖਤਰਾ ਹੈ? ਪਹਿਲਾ ਸਵਾਲ। ਦੂਜਾ ਸਵਾਲ ਇਹ ਹੈ ਜੀ, ਜਦੋਂ ਆਪਾਂ ਪਹਿਲਾ ਵੈਕਸੀਨ ਕਰਵਾ ਲੈਂਦੇ ਆ ਜੀ, ਕਹਿੰਦੇ ਆ ਕਿ ਉਸ ਤੋਂ ਬਾਅਦ 15-20 ਦਿਨ ਇਮਿਊਨਿਟੀ ਡਾਊਨ ਆਉਂਦੀ ਹੈ, ਉਹਨਾਂ ਦਿਨਾਂ ਦੇ ਵਿੱਚ ਵੈਕਸੀਨ ਵਾਲਾ ਬੰਦਾ ਛੇਤੀ ਪੀੜਤ ਹੋ ਸਕਦਾ। ਇਹਨਾਂ ਦੋਨਾਂ ਚੀਜ਼ਾਂ ਬਾਰੇ ਕਲੀਅਰ ਕਰੋ ਜੀ। ਡਾਕਟਰ ਸਾਹਿਬ ਇਹ ਬੜੀ ਵਾਕਿਆ ਸਵਾਲ ਹੈ ਕਿ ਜਦੋਂ ਵੈਕਸੀਨ ਲਾਉਣੇ ਆਪਾਂ, ਵੈਕਸੀਨ ਦੇ ਵਿੱਚ ਜਿਹੜੀ ਹੈਗੀ ਆ ਇਮਿਊਨਿਟੀ ਡਾਊਨ ਆਉਂਦੀ ਹੈ, ਵਾਕਿਆ ਸਹੀ ਗੱਲ ਹੈ? ਬਿਲਕੁਲ ਬਿਲਕੁਲ। ਕੋਈ ਵੀ ਵੈਕਸੀਨ ਹੈ, ਕੋਈ ਵੀ ਵੈਕਸੀਨ ਆਉਂਦੀ ਆ 10-15 ਦਿਨ ਇਹਦਾ ਡਾਊਨ ਆਉਂਦੀ ਆ, ਉਸ ਤੋਂ 10-15 ਦਿਨਾਂ ਬਾਅਦ ਇਹ ਇੰਪਰੂਵ ਕਰਨ ਲੱਗ ਜਾਂਦੀ ਆ ਜੀ ਜੀ। ਉਹ 10-15 ਦਿਨ ਹੀ ਤੁਸੀਂ ਆਪਦਾ ਥੋੜਾ ਜਿਹਾ ਅਵੇਅਰ ਹੋ ਕੇ ਚੱਲੋ, ਖੁਰਾਕ ਤੇ ਵੱਧ ਜ਼ੋਰ ਦਿਓ, ਨੀਂਦ ਵੱਧ ਲਓ, ਠੀਕ ਹੈ, ਫਰੂਟ ਦਾ, ਕੋਈ ਜੂਸ ਦਾ, ਕੋਈ ਸੂਪ ਦਾ ਵੱਧ ਯੂਜ਼ ਕਰੋ। ਉਹ ਜਿਵੇਂ ਜਿਵੇਂ ਤੁਹਾਨੂੰ ਇਹ ਕੋਈ ਡਰ ਵਾਲੀ ਗੱਲ ਨਹੀਂ ਇਹ ਚੀਜ਼, ਕੋਈ ਜਿਹੜੀ ਤੁਸੀਂ ਬਲੱਡ ਪ੍ਰੈਸ਼ਰ ਕਹਿੰਦੇ ਹੋ ਵੀ ਬਲੱਡ ਪ੍ਰੈਸ਼ਰ ਵੱਧ ਜਾਂਦਾ, ਇਹ ਤਾਂ ਏਜ ਫੈਕਟਰ ਦੇ ਹਿਸਾਬ ਨਾਲ ਆ, ਜਿਹੜਾ ਤੁਹਾਡਾ ਮਤਲਬ ਜਿਵੇਂ ਜਿਵੇਂ ਏਜ ਵੱਧਦੀ ਜਾਊਗੀ ਉਵੇਂ ਜ਼ਿਕਰ BP ਥੋੜਾ ਮੋਟਾ ਡਿਸਟਰਬ ਹੋ ਜਾਂਦਾ। ਇਹਦੇ ਵਾਸਤੇ ਜਿਹੜੀ ਤੁਹਾਡੀ ਪਰਮਾਨੈਂਟ ਗੋਲੀ ਚੱਲਦੀ ਆ, ਤੁਸੀਂ ਆਪਦੇ ਡਾਕਟਰ ਨਾਲ ਟੱਚ ਹੋ, ਉਹਨੂੰ ਰੂਟੀਨ 'ਚ 2 ਦਿਨਾਂ ਬਾਅਦ, 1 ਦਿਨ ਬਾਅਦ, 4 ਦਿਨਾਂ ਬਾਅਦ, ਜੇ ਤੁਹਾਨੂੰ ਕਿਤੇ ਕੋਈ ਸਾਹ ਚੜ੍ਹਦਾ ਮੰਨ ਕੇ ਚੱਲੋ, ਉਸ ਚੀਜ਼ ਨੂੰ ਆਪਾਂ ਗੰਭੀਰ ਲਓ, ਉਸ ਚੀਜ਼ ਨੂੰ ਥੋੜ੍ਹਾ ਜਿਹਾ ਜ਼ਿਆਦਾ ਉਹਦੇ 'ਤੇ ਅਵੇਅਰ ਰਹੋ ਵੀ ਤੁਰੇ ਜਾਂਦੇ, ਕੋਈ ਪੌੜੀ ਚੜ੍ਹਦੇ, ਕੋਈ ਹੇਠਾਂ ਮਤਲਬ ਥੋੜ੍ਹਾ ਮੋਟਾ ਹੈਵੀ ਕੰਮ ਕਰਦੇ, ਜੇ ਤੁਹਾਨੂੰ ਸਾਹ ਚੜ੍ਹਨ ਲੱਗ ਗਿਆ, ਉਹਦੇ ਵਾਸਤੇ
ਜ਼ਰੂਰ ਤੁਹਾਨੂੰ ਕਿਸੇ ਤੁਹਾਡੇ ਆਪਣੇ ਫੈਮਿਲੀ ਡਾਕਟਰ ਨਾਲ ਟੱਚ 'ਚ ਰਹਿਣਾ ਪਊਗਾ ਜੀ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਮੈਂ ਸਵਰਨ ਸਿੰਘ ਦਾਨੇ ਵਾਲੀ ਅਤੇ ਮੇਰੇ ਨਾਲ ਡਾਕਟਰ ਮਹਿੰਦਰ ਸਿੰਘ ਜੀ ਇਸ ਵਕਤ ਜੁੜੇ ਹੋਏ ਨੇ। ਸੋ ਬਿਲਕੁਲ ਛੋਟੀ ਜਿਹੀ ਬ੍ਰੇਕ, ਤੁਰੰਤ ਹਾਜ਼ਰ ਹੁੰਦੇ ਤੁਹਾਡੇ ਨਾਲ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਡਾਕਟਰ ਮਹਿੰਦਰ ਸਿੰਘ ਜੀ ਮੇਰੇ ਨਾਲ ਨੇ ਤੇ ਗੱਲਬਾਤ ਚੱਲ ਰਹੀ ਹੈ ਕਰੋਨਾ ਤੇ ਹੋਰ। ਡਾਕਟਰ ਸਾਹਿਬ, ਇੱਕ ਸਭ ਤੋਂ ਵੱਡੀ ਗੱਲ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਸਾਹ ਚੜ੍ਹਨ ਦੀ, ਲੰਗਸ ਦੇ ਵਿੱਚ ਬੜੀ ਪ੍ਰੋਬਲਮ ਆ ਜਾਂਦੀ ਹੈ, ਰੈਸਪੀਰੇਟਰੀ ਨੂੰ ਕਵਰ ਕਿਵੇਂ ਕਰਨਾ, ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੈ ਕਿ ਸਪੋਜ਼ ਕਰੋ ਜਿਵੇਂ ਆਕਸੀਜਨ ਹੈ ਜੀ ਸਰ ਕਮੀ ਪੈ ਗਈ, ਹਾਂਜੀ, ਤੇ ਉਹਦੇ ਵਿੱਚ ਕਈ ਵਾਰੀ ਹੁੰਦਾ ਵੀ ਚਲੋ ਕਈ ਬੰਦੇ ਕਹਿੰਦੇ ਕਿ ਲੇਟ ਜੋ ਮੂਧੇ ਪੈ ਜਾਓ, ਪਿੱਲੋ ਲੈ ਲਓ, ਸਾਹ ਲਓ, ਕਿਉਂਕਿ ਇਨਟੇਕ ਜਿੰਨਾ ਅਸੀਂ ਸਾਹ ਵੱਧ ਲਵਾਂਗੇ ਜਿਵੇਂ ਯੋਗਾ ਕਹਿ ਦਿੰਦੇ ਨੇ, ਪਰ ਕੋਈ ਇਹੋ ਜਿਹੀਆਂ ਦਵਾਈਆਂ ਵੀ ਜਿਹੜੀਆਂ ਲੰਗਸ ਨੂੰ ਰਿਲੀਫ ਦੇ ਕੇ ਤੁਹਾਡਾ ਰੈਸਪੀਰੇਟਰੀ ਸਿਸਟਮ ਨੂੰ ਸੈੱਟ ਕਰੇ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਤਾਂ ਰੈਸਪੀਰੇਟਰੀ ਸਿਸਟਮ ਜਿਹੜਾ ਹੈਗਾ, ਸਾਹ ਪ੍ਰਣਾਲੀ ਜਿਹੜੀ ਆ ਉਹ ਡਿਸਟਰਬ ਹੁੰਦੀ ਹੈ ਜੀ। ਬਿਲਕੁਲ ਦਾਨੇਵਾਲ ਜੀ ਸਾਹਿਬ, ਸਾਡੀ ਮੈਡੀਸਨ ਹੈਗੀ ਆ SP ਡੋਸਪਰਮਾ ਇੱਕ ਮੇਨ ਮੈਡੀਸਨ ਆ। ਇਹਦੇ ਨਾਲ ਇੱਕ ਕੰਬੀਨੇਸ਼ਨ ਹੈਗੀ ਆ ਬਿਸਕਮ ਐਲਬਮ ਜੀ।
ਇਹ ਨਾਂ ਬੜੇ ਔਖੇ ਜਿਹੇ ਹੁੰਦੇ ਆ, ਥੋੜਾ ਜਿਹਾ ਤੁਸੀਂ ਸਾਨੂੰ WhatsApp ਕਰਕੇ ਤੁਹਾਨੂੰ ਲਿਖ ਦਿਆਂਗੇ ਜੀ। ਹਾਂਜੀ ਬਿਲਕੁਲ। ਐਸਪੀਡੋਸਪਰਮਾ ਜਿੱਥੇ ਵੀ ਸਾਡੀ ਮਤਲਬ ਇਹਨੂੰ ਮੰਨ ਕੇ ਚੱਲੋ ਵੀ ਇਹਨੂੰ ਡਿਜੀਟਲ ਆਫ ਲੰਗਸ ਕਹਿੰਦੇ ਆ। ਇਹ ਰੈਸਪੀਰੇਟਰੀ ਤੇ ਲੰਗਸ ਤੇ ਕੰਮ ਕਰਦੀ ਆ ਜੀ। ਇਹ ਕੋਈ ਆਕਸੀਜਨ ਪ੍ਰੋਡਿਊਸ ਨਹੀਂ ਕਰਦੀ, ਪਰ ਆਕਸੀਜਨ ਲੈਣ ਵੇਲੇ ਜਿਹੜੀ ਵੀ ਕੋਈ ਬਲੱਡ ਵੈਸਲਸ ਕਮੀ ਪੇਸ਼ੀ ਹੁੰਦੀ ਆ ਜੀ ਉਹਨੂੰ ਇਹ ਕਵਰ ਕਰਦੀ ਆ। ਉਹਨੂੰ ਜਦੋਂ ਕਵਰ ਹੋਊਗਾ ਤੇ ਆਪਾਂ ਨੂੰ ਇਹ ਲੱਗੂਗਾ ਵੀ ਜਿਵੇਂ SPOT ਆਪਣਾ ਟੈਸਟ ਆ 95% ਤੋਂ ਜੇ ਥੱਲੇ ਚਲਿਆ ਜਾਂਦਾ ਉਹ ਆਪਾਂ ਨੂੰ ਲੱਗਦਾ ਵੀ ਸਾਹ ਚੜ੍ਹਨ ਲੱਗ ਗਿਆ, ਕੋਈ ਹੋਰ ਹੋ ਗਿਆ। ਇਹ ਜਦੋਂ ਮੈਡੀਸਨ ਲਵਾਂਗੇ ਆਪਾਂ ਜੀ ਐਸਪੀਡੋਸਪਰਮਾ, ਉਹਦੇ ਨਾਲ ਜਿੰਨੀਆਂ ਵੀ ਆਕਸੀਜਨ ਲੈਣ 'ਚ ਮਾੜੀ ਮੋਟੀ ਕੋਈ ਦਿੱਕਤ ਆਉਂਦੀ ਆ ਜਾਂ ਕੋਈ ਬਲੌਕੇਜ ਆਉਂਦੀ ਆ, ਉਹਨੂੰ ਇਹ ਕਵਰ ਕਰਦੀ ਆ ਜੀ। ਦੂਜੀ ਜਿਹੜੀ ਮੈਡੀਸਨ ਆ ਵਿਸਕਮ ਐਲਬਮ, ਉਹਦੇ ਨਾਲ ਉਹ ਮਾਈਂਡ ਤੇ ਵੀ ਕਵਰ ਕਰਦੀ ਆ, ਮਾਈਂਡ ਵੀ ਦਿਮਾਗ ਨੂੰ ਵੀ ਉਹ ਬੂਸਟ ਕਰਦੀ ਆ, ਹਿੰਮਤ ਦਿੰਦੀ ਆ। ਜੇ ਮੰਨ ਕੇ ਚੱਲੋ ਕਰੋਨਾ ਦੇ ਕਰਕੇ ਕੋਈ BP ਡਾਊਨ ਹੋ ਗਿਆ, ਉਹਨੂੰ ਵੀ ਕਵਰ ਕਰਦੀ ਆ। ਕੋਈ ਥੋੜ੍ਹੀ ਮੋਟੀ ਵੀਕਨੈਸ ਆ ਜਾਂਦੀ ਆ, ਉਹਨੂੰ ਵੀ ਕਰਦੀ ਆ। ਕੋਈ ਪੈਨਿਕ ਆ ਗਿਆ, ਉਹਨੂੰ ਵੀ ਕਰਦੀ ਆ। ਅਤੇ ਮੋਸਟਲੀ ਇਹ ਵੀ ਇਸ ਨਾਲ ਜੁੜੀ ਹੋਈ ਮੈਡੀਸਨ ਆ। ਜਿੱਥੇ ਕੋਈ ਬੰਦਾ ਆਕਸੀਜਨ ਘੱਟ ਕਰਕੇ ਸਾਹ ਚੜ੍ਹਨ ਲੱਗ ਜੇ ਜਾਂ ਕਿਤੇ ਕੋਈ ਦਿੱਕਤ ਆਉਣ ਲੱਗ ਜੇ, ਉੱਥੇ ਵੀ ਇਹ ਦੋਨੇ ਮੈਡੀਸਨਾਂ ਬਹੁਤ ਵਧੀਆ ਕੰਮ ਕਰਦੀਆਂ ਜੀ। ਸੋ ਕਹਿਣ ਤੋਂ ਭਾਵ ਵੀ ਜਿਹੜੇ ਫੇਫੜਿਆਂ ਨੂੰ ਇਫੈਕਟ ਪੈਂਦਾ ਇੱਕ ਵਾਰੀ ਜਾਂ ਹੋਰ ਚੀਜ਼ ਆ, ਦੇਖੋ ਸਭ ਤੋਂ ਵੱਡੀ ਗੱਲ ਤਾਂ ਜਿਵੇਂ ਭਾਈ ਸਾਹਿਬ ਦਾ ਫੋਨ ਆਇਆ, ਹੌਸਲਾ ਇੱਕ ਬਹੁਤ ਵੱਡੀ ਚੀਜ਼ ਹੈ। ਬਿਲਕੁਲ ਜੀ। ਸੱਪ ਜ਼ਹਿਰੀਲੇ ਘੱਟ ਹੁੰਦੇ ਆ, ਜੇ ਕਹਿੰਦੇ ਕੋਲ ਦੀ ਸੱਪ ਜੇ ਮੈਂ ਪਹਿਲਾਂ ਹੀ ਕਹਿ ਕੇ ਲੰਘ ਜੇ ਤਾਂ ਵੀ ਆਪਾਂ ਘਬਰਾਹਟ ਪੈਦਾ ਹੋ ਜਾਂਦੀ ਹੈ। ਜੇ ਕਿਤੇ ਦੰਦੀ ਵੱਢ ਜੇ ਮਿੱਟੀ ਖਾਣਾ ਤਾਂ ਮੌਤ ਵੀ ਜਿਹੜੀ ਆ ਹੋ ਜਾਂਦੀ ਹੈ ਕਈ ਵਾਰੀ। ਕਾਲ ਲੈਂਦੇ ਜੀ 92-164 ਤੇ ਆਉਣੇ ਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਾਨੇ ਵਾਲੇ ਜੀ ਗੁਰਵਿੰਦਰ ਬੋਲਦਾ ਵੇਰੀਪੈਕ ਤੋਂ ਜੀ। ਗੁਰਵਿੰਦਰ ਜੀ। ਹਾਂਜੀ, ਮੇਰਾ ਇਹ ਡਾਕਟਰ ਸਾਹਿਬ ਨੂੰ ਸਵਾਲ ਇਹ ਹੈ ਜੀ, ਜਿਵੇਂ ਆਪਾਂ ਵੈਕਸੀਨੇਸ਼ਨ ਕਰਾਉਣੇ ਆ ਜੀ ਤੇ ਵੈਕਸੀਨੇਸ਼ਨ ਬਾਰੇ ਇਹ ਹੁਣ ਇਹ ਕਿਹਾ ਜਾਂਦਾ ਵੀ ਆਪਾਂ ਫਰਜ਼ ਕਰੋ ਵੈਕਸੀਨੇਸ਼ਨ ਕਰਾ ਲਈ ਆ। ਹੁਣ ਜਿਵੇਂ ਕੋਵਿਡ ਦੇ ਵੇਰੀਐਂਟ ਬਹੁਤ ਆ ਗਏ ਆ ਜੀ, ਜਿਵੇਂ ਇੰਡੀਆ ਦੇ ਵਿੱਚ ਹੁਣ ਸੁਣਿਆ ਕਿ ਇੱਕ ਹੋਰ ਵੇਰੀਐਂਟ ਆ ਗਿਆ ਜੀ ਤੇ ਉਹ ਵੈਕਸੀਨ ਆਪਾਂ ਨੂੰ ਮਤਲਬ ਉਹ ਵੇਰੀਐਂਟ ਨੂੰ ਵੀ ਆਪਾਂ ਨੂੰ ਪ੍ਰੋਟੈਕਟ ਕਰਦਾ, ਵੇਰੀਐਂਟ ਤੋਂ ਵੀ ਪ੍ਰੋਟੈਕਟ ਕਰਦੀ ਹੈ ਕਿ ਨਹੀਂ ਕਰਦੀ ਜੀ? ਕਹਿੰਦੇ ਵੇਰੀਐਂਟ ਉਨਾ ਹੀ ਖਤਰਨਾਕ ਹੈਗਾ ਵੈਕਸੀਨੇਟਡ ਬੰਦੇ ਵਾਸਤੇ ਵੀ ਜਿੰਨਾ ਕਿ ਆਮ ਬੰਦੇ ਵਾਸਤੇ ਜੇ ਨਹੀਂ ਵੈਕਸੀਨੇਸ਼ਨ। ਇਹਦੇ ਬਾਰੇ ਦੱਸਿਓ ਜੀ। ਇਹ ਡਾਕਟਰ ਸਾਹਿਬ ਇਹ ਵੀ ਚੀਜ਼ ਹੈ ਕਿ ਕਈ ਵਾਰੀ ਆਪਾਂ ਵੈਕਸੀਨ ਜਿਹੜੀ ਲੈ ਲੈਂਦੇ ਹਾਂ ਹੋਰ ਹੈ, ਉਹ ਜਿਵੇਂ ਹੁਣ ਇੱਕ ਕਰੋਨਾ ਦੇ ਵੀ ਬੜੇ ਰੂਪ ਆਈ ਜਾਂਦੇ ਨੇ ਵੱਖਰੇ ਵੱਖਰੇ, ਕੀ ਉੱਥੇ ਕੰਮ ਹੈਲਪਫੁਲ ਹੈਗੇ ਜਾਂ ਨਹੀਂ ਹੈਗੇ? ਨਹੀਂ, ਉਹ ਵੈਕਸੀਨੇਸ਼ਨ ਜਦੋਂ ਕਰਵਾ ਲਈ ਤੁਸੀਂ ਤਾਂ ਨੈਚੁਰਲੀ ਉਹਦੇ ਤੇ ਅਵੇਸਲੇ ਨਾ ਰਹੋ। ਇਹ ਗਰੰਟੀ ਨਹੀਂ ਹੈ ਕਿ ਕਰੋਨਾ ਨਹੀਂ ਹੋਊਗਾ। ਬਿਲਕੁਲ। ਇਹ ਤਾਂ ਕਿਤੇ ਵੀ ਨਹੀਂ ਆਪਾਂ ਕਹਿ ਸਕਦੇ ਨਹੀਂ ਹੋਊਗਾ, ਕਿਉਂਕਿ ਬੜਿਆਂ ਨੂੰ ਹੋਇਆ, ਪਰ ਇੰਨਾ ਕੀ ਰਿਕਵਰੀ ਉਹਦੇ ਨਾਲ। ਬਿਲਕੁਲ। ਇਹ ਕੁਛ ਟਾਈਮ ਤੁਹਾਨੂੰ ਇਹ ਨਹੀਂ ਹੋ ਸਕਦਾ ਵੀ ਤੁਸੀਂ ਵੈਕਸੀਨੇਸ਼ਨ ਹੋ ਗਏ, ਦੋਨੇ ਇੰਜੈਕਸ਼ਨ ਲਵਾ ਲਏ ਵੀ ਤੁਹਾਨੂੰ ਕੋਵਿਡ ਨਹੀਂ ਹੋਊਗਾ। ਤੁਹਾਨੂੰ ਫਿਰ ਵੀ ਇਹਦੀ ਮਾੜੀ ਮੋਟੀ ਕੋਈ ਦਿੱਕਤ ਆ ਸਕਦੀ ਆ, ਔਰ ਦਿੱਕਤ ਆਊਗੀ। ਤੁਹਾਨੂੰ ਇਹ ਨਹੀਂ ਵੀ ਤੁਹਾਡਾ ਕੋਈ ਕਿਸੇ ਜਾਨਲੇਵਾ ਤੁਹਾਨੂੰ ਨੁਕਸਾਨ ਕਰੂਗੀ, ਪਰ ਫਿਰ ਵੀ ਇਹ ਆ ਵੀ ਤੁਸੀਂ ਪ੍ਰੀਕਾਸ਼ਨ ਜ਼ਰੂਰ, ਮਾਸਕ, ਹੋਰ ਡਿਸਟੈਂਸ, ਜਿਵੇਂ ਸਰਕਾਰ ਕਹਿੰਦੀ ਆ, ਜਿਵੇਂ ਆਪਣਾ ਸਿਸਟਮ ਚੱਲਦਾ ਉਵੇਂ ਜ਼ਿਕਰ ਜ਼ਰੂਰ, ਚਾਹੇ ਕਰੋਨਾ ਇੰਜੈਕਸ਼ਨ ਵੈਕਸੀਨੇਸ਼ਨ ਕਰਾ ਵੀ ਲਈ, ਪਰ ਪ੍ਰੋਪਰ ਤੁਹਾਨੂੰ ਉਹਦੇ ਵਾਸਤੇ ਫਿਰ ਵੀ ਅਲਰਟ ਰਹਿਣਾ ਪਊਗਾ। ਇਹਦਾ ਡਾਕਟਰ ਸਾਹਿਬ ਵੈਸੇ ਪੁਰਾਣੇ ਜਿਵੇਂ ਬਜ਼ੁਰਗ ਕਹਿੰਦੇ ਨੇ ਕਿ ਜਿੰਨਾ ਸਰੀਰ ਨੂੰ ਤੁਸੀਂ ਸਟਰੋਂਗ ਰੱਖੋਗੇ, ਖੁਰਾਕ ਤੁਹਾਡੀ ਸਹੀ ਰਹੂਗੀ। ਹੁਣ ਬੱਚੇ ਨੂੰ ਆਪਾਂ ਕਹਿ ਦਿੰਦੇ ਗੁੜਤੀ ਸ਼ਹਿਦ ਦੀ ਦਿੱਤੀ ਜਾਂਦੀ ਸੀ, ਅਸਲ ਦੇ ਵਿੱਚ ਉਹ ਸ਼ਹਿਦ ਜਿਹੜਾ ਉਹ ਰਸ ਹੈ ਵੱਖਰੇ ਫੁੱਲਾਂ ਦਾ, ਤੇ ਉਹ ਤੁਹਾਡਾ ਇਮਿਊਨ ਸਿਸਟਮ ਨੂੰ ਸਟਰੋਂਗ ਕਰਦਾ ਬੱਚੇ ਦੇ। ਕਿਉਂਕਿ ਉਹ ਬੱਚੇ ਨੂੰ ਜਦੋਂ ਗੁੜਤੀ ਦੇ ਦਿੰਦੇ ਸੀ ਤਾਂ ਨੇੜੇ ਤੇੜੇ ਜਿਹੜੀ ਕੋਈ ਇਨਫੈਕਟਡ ਬੰਦਾ ਹੁੰਦਾ ਸੀ ਉਸ ਬੱਚੇ ਨੂੰ, ਕਿਉਂਕਿ ਬੱਚਾ ਜੋ ਜਨਮ ਲੈਂਦਾ ਸੀ ਇੱਕਦਮ ਉਹ 'ਤੇ ਅਟੈਕ ਨਹੀਂ ਸੀ ਕਰਦੀਆਂ। ਇਹ ਵੀ ਕਹਿੰਦੇ ਇੱਕ ਬਹੁਤ ਵੱਡਾ ਕਾਰਨ ਸੀ ਗੁੜਤੀ ਦਾ, ਜੇ ਆਪਾਂ ਉਹਨੂੰ ਪੜ੍ਹੀਏ ਤਾਂ। ਇਹ ਦਾਨੇਵਾਲੀਆ ਸਾਹਿਬ ਇਹ ਕਰੋਨਾ ਨੇ ਲਾ ਲਓ ਜਾਂ ਇਹ ਆਮ ਰੂਟੀਨ 'ਚ ਲਾ ਲਓ, ਦੁਆਰੇ ਲੋਕ ਉਹ ਪੁਰਾਣੀਆਂ ਹੀ ਚੀਜ਼ਾਂ 'ਤੇ ਆ ਰਹੇ ਆ। ਬਿਲਕੁਲ ਪੁਰਾਣੀਆਂ ਚੀਜ਼ਾਂ 'ਤੇ ਆ ਗਏ। ਫਾਸਟ ਫੂਡ ਆ, ਹੋਰ ਆ ਜੇ ਉਹ ਜਿਹੜੇ ਬੱਚੇ ਪ੍ਰਜ਼ਰਵੇਟਿਵ ਤੋਂ ਬਚੋ ਸੀਗੇ, ਉਹ ਬਚਤ ਰਹਿੰਦੀ ਹੈ ਜੀ। ਜਦੋਂ ਉਹ ਪੁਰਾਣੇ ਸਿਸਟਮ 'ਚ ਆਉਂਦੇ ਆ ਤੇ ਆਪਣੇ ਆਪ ਹੀ ਉਹਨਾਂ ਦਾ ਇਮਿਊਨ ਸਿਸਟਮ ਵੀ ਵਧਦਾ। ਤੁਸੀਂ ਯਕੀਨ ਕਰੋ ਜਿਹੜੇ ਛੋਟੇ ਬੱਚੇ ਆ ਨਾ, ਉਹ ਵੀ ਇੰਨੇ ਅਵੇਅਰ ਰਹਿਣ ਲੱਗ ਗਏ ਵੀ ਉਹ ਕੋਈ ਮੈਗੀ, ਕੋਈ ਹੋਰ ਇਹ ਉਹ ਸਭ ਤੋਂ ਅਵੋਇਡ ਕਰਨ ਲੱਗ ਗਏ। ਜੀ।
ਸੋ ਇਹਦਾ ਮਤਲਬ ਸਭ ਤੋਂ ਵੱਡੀ ਗੱਲ ਤਾਂ ਉਹੀ ਆ ਗਈ ਨਾ ਜੀ, ਆਪਣਾ ਇੰਡੀਆ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਕਿ ਸਾਡੀ ਖੁਰਾਕ ਬਹੁਤ ਵਧੀਆ ਹੈ। ਲਸਣ ਦਾ ਇੰਟੇਕ ਹੋ ਗਿਆ, ਗੰਢੇ ਦਾ, ਕੱਚੇ ਗੰਢੇ ਦਾ ਇੰਟੇਕ ਹੋ ਗਿਆ, ਅਦਰਕ ਦਾ ਇੰਟੇਕ ਹੋ ਗਿਆ, ਇਹ ਚੀਜ਼ਾਂ ਵੀ ਸਾਨੂੰ ਕਾਫੀ ਹੱਦ ਤੱਕ ਬਚਾਉਂਦੀਆਂ ਨੇ। ਹਲਦੀ ਹੋ ਗਈ, ਹਲਦੀ ਦੇਖੋ ਕਿੰਨੀ ਵੱਡੀ ਐਂਟੀਬਾਇਓਟਿਕ ਆ, ਤੇ ਹਲਦੀ ਅਸੀਂ ਜਿਵੇਂ ਰੂਟੀਨ 'ਚ ਖਾਂਦੇ ਆ ਤੇ ਉਹਨੂੰ ਬਾਹਲੀ ਨਾ ਭੁੰਨੋ, ਤਾਂ ਉਵੇਂ ਉਨੀ ਕੁ ਰੱਖ ਕੇ ਥੋੜ੍ਹਾ ਜਿਹਾ ਉਹਦਾ ਇੰਟੇਕ ਵਧਾ ਲਓ। ਕੋਈ ਗੱਲ ਨਹੀਂ, ਜੇ ਹੱਥ ਪੀਲੇ ਹੁੰਦੇ ਆ ਰੋਟੀ ਖਾਂਦਾ ਤਾਂ ਕੀ ਫਰਕ ਪੈਂਦਾ। ਸੋ ਇਹ ਚੀਜ਼ਾਂ ਨੇ। ਡਾਕਟਰ ਸਾਹਿਬ, ਜਿਵੇਂ ਆਪਾਂ ਅੱਗੇ ਜਿਵੇਂ ਗੱਲ ਕਰਦੇ ਸੀਗੇ ਆਫਟਰ ਫੈਕਟਸ, ਕਿਉਂਕਿ ਫਿਫੜਿਆਂ ਨੂੰ ਵੀ ਇਹ ਚੀਜ਼ ਪੈਂਦੀ ਹੈ, ਜੇ ਤਾਂ ਗਲੇ ਤੱਕ ਹੀ ਸੀਮਤ ਰਹਿ ਜੇ ਤਾਂ ਵੱਖਰੀ ਗੱਲ ਹੈ, ਜੇ ਹੇਠੋਂ ਫਿਫੜਿਆਂ ਤੱਕ ਤਾਂ ਲਾਸਟ ਮਾਰ ਕਰਦਾ ਹੀ ਹੈ ਨਾ ਜਦੋਂ ਆਪਾਂ ਨੂੰ ਸਾਹ ਦੀ ਕਮੀ ਆਉਂਦੀ ਹੈ। ਸੋ ਇਹ ਆਕਸੀਜਨ ਦੀ ਜਿਹੜੀ ਕਮੀ ਆਉਂਦੀ ਹੈ, ਤਾਂ ਤੁਸੀਂ ਦੱਸਤਾ ਕਿ ਰੈਸਪੀਰੇਟਰੀ ਸਿਸਟਮ ਦੇ ਵਿੱਚ ਆ ਗਿਆ, ਤਾਂ ਬਲੱਡ ਦੇ ਵਿੱਚ ਜਦੋਂ ਅਸੀਂ ਸਾਹ ਹੀ ਨਹੀਂ ਲਿਆ ਤਾਂ ਨੋ ਡਾਊਟ ਕਮੀ ਆਏਗੀ। ਇਹਨੂੰ ਰਿਕਵਰ ਜਿਵੇਂ ਕਰਨਾ ਤਾਂ ਬਾਅਦ ਆਫਟਰ ਇਫੈਕਟਸ ਵੀ ਕਮਜ਼ੋਰੀ ਬਹੁਤ ਆ ਜਾਂਦੀ ਹੈ ਸਰੀਰ ਦੇ ਵਿੱਚ, ਉਹਦੇ ਲਈ ਕੀ ਖਾਸ ਚੀਜ਼ਾਂ ਨੇ? ਉਹਦੇ ਵਾਸਤੇ ਤਾਂ ਮੈਂ ਦਾਨੇਵਾਲੀਆ ਸਾਹਿਬ, ਤਾਂ ਮੈਂ ਤਾਂ ਕਿਉਂਕਿ ਮੈਂ ਆਪਦੀ ਪੈਥੀ ਨਾਲ ਰਿਲੇਟਡ ਆ 30-35 ਸਾਲਾਂ ਤੋਂ ਜੀ, ਤੇ ਮੈਂ ਤਾਂ ਇਹੀ ਦੱਸੂਗਾ, ਮੇਰੇ ਨਾਲ ਤਾਂ 30 ਸਾਲਾਂ ਦੇ ਜਿਹੜੇ ਪਰਿਵਾਰ ਜੁੜੇ ਹੋਏ ਆ, ਚਾਹੇ ਉਹ ਉਹਨਾਂ ਨੂੰ ਅੱਜ ਕਰੋਨਾ ਹੋ ਗਿਆ ਤਾਂ ਵੀ ਉਹ ਫਟਾਫਟ ਫੋਨ ਕਰਦੇ ਆ, ਚਾਹੇ ਉਹ ਦਿੱਲੀ ਬੰਬੇ ਬੈਠੇ ਆ ਤਾਂ ਵੀ ਉਹ ਫਟਾਫਟ ਫੋਨ ਕਰਦੇ ਆ, ਤੇ ਨੋ ਡਾਊਟ ਵੀ ਉਹਨਾਂ ਦੀ ਹੋਮੋਪੈਥੀ ਨਾਲ ਬਹੁਤ ਵਧੀਆ ਰਿਕਵਰੀ ਹੁੰਦੀ ਆ। ਠੀਕ ਹੈ, ਕੁਝ ਮੈਡੀਸਨਾਂ ਆਪਾਂ ਦੱਸਾਂਗੇ ਜਿਹਨੂੰ ਰੂਟੀਨ 'ਚ ਆਪਾਂ ਘਰੇ ਰੱਖ ਸਕਦੇ ਹਾਂ, ਜਿਹੜਾ ਤੁਹਾਡਾ ਹੋਣ ਤੋਂ ਬਾਅਦ ਵਿਦਨ ਡੇ ਤੁਹਾਡੀ ਰਿਕਵਰੀ ਬੜੀ ਜਲਦੀ, ਤੁਸੀਂ ਸਰੀਰ ਤੁਹਾਡਾ ਸੈੱਟ ਹੋ ਸਕਦਾ ਦੁਬਾਰੇ। ਅੱਛਾ, ਇੱਕ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪਹਿਲੀ ਕਿੱਟ ਜਿਹੜੀ ਅਸੀਂ ਵੈਸੇ ਹੀ ਰੂਟੀਨ ਦੇ ਵਿੱਚ ਖੰਘ ਜ਼ੁਕਾਮ ਵੋ ਬਾਹਰੋਂ ਆਉਣੇ ਐਲਰਜੀ, ਜਿਵੇਂ ਆਮ ਤੌਰ ਤੇ ਗੋਰੇ ਆਉਂਦੇ ਨੇ, ਉਹ ਆਉਣ ਸਾਰ ਕਹਿੰਦੇ ਜੀ ਇੰਡੀਆ ਆਉਣਾ ਤਾਂ ਸਿਟਰਾਜ਼ੀਨ ਪਹਿਲਾਂ ਹੀ ਲੈ ਲਓ, ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਇੰਨਾ ਬਾਹਲਾ ਚੰਗਾ ਨਹੀਂ ਮੰਨਿਆ ਗਿਆ। ਕਿ ਆਮ ਤੌਰ ਤੇ ਆਪਾਂ ਵੀ ਟਰੈਵਲ ਕਰਦੇ ਵੀ ਬਾਹਰ ਜਾਂਦੇ ਤਾਂ ਖੰਘ, ਡਸਟ ਵੋ, ਕਿਉਂਕਿ ਇੰਡੀਆ ਦੇ ਵਿੱਚ ਤਾਂ ਸਭ ਤੋਂ ਵੱਡੀ ਜਿਹੜਾ ਗਲੀਆਂ 'ਚ ਝਾੜੂ ਵੱਜਦਾ ਉਹੀ ਤੁਹਾਡੀ ਮਿੱਟੀ ਉਡਾ ਕੇ ਤੁਹਾਨੂੰ ਬਿਮਾਰ ਕਰ ਦਿੰਦਾ। ਪਹਿਲੀ ਬੇਸਿਕ ਕਿੱਟ ਜਿਹੜੀ ਅਸੀਂ ਰੱਖੀ ਉਹ ਕਿਹੜੀ ਰੱਖੀਏ? ਪਹਿਲਾਂ ਜਿਹੜਾ ਆਮ ਘਰੇ ਹਰੇਕ ਦੀ ਪਈ ਹੋਵੇ ਤੇ ਰੂਟੀਨ 'ਚ ਅਸੀਂ ਥੋੜ੍ਹੀ ਮੋਟੀ ਲੈਂਦੇ ਵੀ ਰਹੀਏ। ਆਮ ਤੁਸੀਂ ਇਹ ਮੰਨ ਕੇ ਚੱਲੋ ਵੀ ਜੇ ਤੁਹਾਨੂੰ ਕੋਈ ਰੂਟੀਨ 'ਚ ਬੱਚਿਆਂ ਨੂੰ ਤੁਹਾਨੂੰ ਅਕਸਰ ਹੀ ਕਿਤੇ ਨਾ ਕਿਤੇ ਕੋਈ ਐਲਰਜੀ ਦੀ ਪ੍ਰੋਬਲਮ ਆ, ਕੋਈ ਖੰਘ ਜ਼ੁਕਾਮ ਦੀ ਪ੍ਰੋਬਲਮ ਆ, ਕੋਈ ਧੂੜ ਮਿੱਟੀ ਦੀ ਪ੍ਰੋਬਲਮ ਆ, ਇੱਕ ਸਾਡੇ ਗ੍ਰੈਂਡੇਲੀਆ ਮੈਡੀਸਨ ਆਉਂਦੀ ਆ, ਉਹ ਗੋਲੀਆਂ 'ਚ ਵੀ ਆਉਂਦੀ ਆ, 3X ਗੋਲੀਆਂ 'ਚ ਆਉਂਦੀ ਆ, ਉਹ ਮਦਰ ਟਿੰਚਰ 'ਚ ਵੀ ਆਉਂਦੀ ਆ ਜੀ। ਉਹਨੂੰ ਰੂਟੀਨ 'ਚ ਆਪਾਂ ਘਰੇ ਰੱਖਾਂਗੇ। ਕੌੜੀ ਹੁੰਦੀ ਆ, ਥੋੜ੍ਹਾ ਜਿਹਾ ਪਾਣੀ ਕੰਚ ਦਾ ਗਲਾਸ ਲੈ ਕੇ ਅੱਧਾ ਗਲਾਸ 20 ਬੂੰਦਾਂ, ਜਿੱਦਣ ਵੀ ਕਿਤੇ ਥੋੜ੍ਹਾ ਮੋਟਾ ਲੱਗੇ ਤੁਹਾਨੂੰ ਵੀ ਸਰੀਰ ਅੱਜ ਮੇਰਾ ਯਾਰ ਥੋੜ੍ਹਾ ਜਿਹਾ ਡਾਊਨ ਆ, 20-30 ਬੂੰਦਾਂ ਸਵੇਰੇ, 20-30 ਬੂੰਦਾਂ ਸ਼ਾਮ ਨੂੰ, 4 ਗੋਲੀਆਂ ਸਵੇਰੇ, 4 ਸ਼ਾਮ ਨੂੰ, ਤੁਸੀਂ ਬਿਲਕੁਲ ਸਿੰਗਲ ਹਲਕੀ ਫੁਲਕੀ ਮੈਡੀਸਨ ਆ। ਔਰ ਤੁਹਾਡਾ ਦਾਨੇਵਾਲੀਆ ਸਾਹਿਬ ਉਹ ਇਮਿਊਨ ਸਿਸਟਮ ਵਧਾਉਂਦੀ ਆ। ਸਾਰਿਆਂ ਨੂੰ ਵੱਡੀ ਗੱਲ ਇਹ ਆ ਵੀ ਤੁਹਾਡੇ 'ਚ ਐਨਰਜਿਕ ਮੈਡੀਸਨ ਆ। ਐਨਰਜਿਕ ਮੈਡੀਸਨ ਤੁਹਾਨੂੰ ਐਂ ਨਹੀਂ ਵੀ ਯਾਰ ਮੈਂ 2 ਦਿਨਾਂ ਦਾ ਢਿੱਲਾ ਪਿਆ, ਖੰਘ ਜ਼ੁਕਾਮ ਮੇਰਾ ਹਟ ਗਿਆ ਪਰ ਫਿਰ ਵੀ ਮੈਨੂੰ ਐਂ ਜੇ ਲੱਗੀ ਜਾਂਦਾ, ਉਸ ਨੂੰ ਵੀ ਉਹ ਕਵਰ ਕਰਦੀ ਆ ਜੀ। ਜੀ ਸਿੰਗਲ ਮੈਡੀਸਨ। ਆਮ ਜਿੱਤੇ ਕਿਤੇ ਕੋਈ ਕਰੋਨਾ ਦੀ ਮਾਰ ਪੈਂਦੀ ਆ, ਜਿਵੇਂ ਇਹ ਵਿਸਕਮ ਐਲਬਮ ਆ, ਇਹ ਮਦਰ ਟਿੰਚਰ ਮੰਗਾ ਕੇ ਰੱਖ ਲਓ। ਮਦਰ ਟਿੰਚਰ ਬੜਾ ਨਾਂ ਜਿਹਾ ਯੂਜ਼ ਕਰ ਰਹੇ ਹੋ ਤੁਸੀਂ, ਇਹ ਕੀ ਹੁੰਦਾ ਮਦਰ ਟਿੰਚਰ? ਮਦਰ ਟਿੰਚਰ ਮੀਨਸ ਵੀ ਅਕਿਊਟ ਮੈਡੀਸਨ ਜਿਹੜਾ ਤੁਰੰਤ ਅਸਰ ਕਰਦੀ, ਤੁਰੰਤ ਅਸਰ, ਜਿਵੇਂ ਇੰਜੈਕਸ਼ਨ ਲਾਉਣੇ ਆਪਾਂ ਨਾੜ 'ਚ ਲਾਉਣੇ ਆ, ਕਈ ਵਾਰੀ ਤੁਸੀਂ ਜਿਵੇਂ ਜੀਭ ਦੇ ਥੱਲੇ ਜੇ ਪਾਉਣੇ ਹੁੰਦੇ ਜਿਹੜੀ ਚੀਜ਼, ਉਹੀ ਉਸੇ ਨੂੰ ਜਸਟ ਲਾਈਕ ਇੱਕ ਮਦਰ ਟਿੰਚਰ ਮੰਨ ਕੇ ਚਲੋ ਵੀ ਉਹ ਲਿਕੁਇਡ ਪਾਣੀ 'ਚ ਨਹੀਂ ਲੈਣੀ ਪੈਂਦੀ, ਸਿੱਧੀ ਲੈਣੀ। ਹਾਂ, ਲਿਕੁਇਡ ਫਾਰਮ 'ਚ ਹੁੰਦੀ ਆ। ਜਿਹੜੀ ਸਾਡੇ ਕਹਿਣ ਤੋਂ ਤਾਂ ਭਾਵ ਇਹ ਆ ਵੀ ਜਿਹੜਾ ਆਪਾਂ ਇੰਜੈਕਸ਼ਨ ਵੇਨ 'ਚ ਲਾਉਣੇ ਆ, ਉਹ ਬਲੱਡ 'ਚ ਜਾਂਦਾ, ਉਹ ਲੀਵਰ 'ਚ ਜਾਂਦਾ, ਫਿਰ ਉਹ ਅਸਰ ਕਰਦਾ। ਜਿਹੜੀ ਇਹ ਮਦਰ ਟਿੰਚਰ ਜਾਂ ਮੈਡੀਸਨ ਜੀਭ 'ਤੇ ਪਾ ਦਿੰਦੇ ਆ, ਉਹ ਤਾਂ ਐਂ ਸਮਝ ਲਓ ਵੀ ਬ੍ਰੇਨ 'ਚ ਜਾਂਦੀ ਆ ਔਰ ਉਹ ਇਮੀਡੀਏਟ ਬੋਡੀ 'ਤੇ ਅਸਰ ਕਰਦੀ ਆ ਜੀ। ਜੀ ਉਹ ਤਾਂ ਬਿਲਕੁਲ ਬਿਲਕੁਲ ਪਰਫੈਕਟ ਹੁੰਦਾ ਉਹਦਾ ਮੈਡੀਸਨ। ਸੋ ਡਾਕਟਰ ਸਾਹਿਬ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ, 9855481965 ਇਹ ਤੇ ਤੁਸੀਂ ਕਾਲ ਕਰ ਸਕਦੇ ਹੋ। WhatsApp ਇਸੇ ਤੇ ਚੱਲਦਾ ਜੀ ਸਰ। ਕੋਸ਼ਿਸ਼ ਕਰੋ ਜੀ ਆਪਦਾ ਮੈਸੇਜ ਭੇਜ ਦਿਓ, WhatsApp ਕਰ ਦਿਓ। ਸੋ ਇਹਦੇ ਉੱਤੇ ਜਿਹੜਾ ਹੈਗਾ ਤੁਸੀਂ
ਆਪਣੀ ਕਾਲ ਜਿਹੜੀ ਹੈਗੀ ਆ ਉਹ ਕਰਨੀ ਹੈ। ਸੋ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਹੀ ਨੰਬਰ ਜਿਹੜਾ ਹੈਗਾ ਜੀ ਉਹ 92 164 10 666 98 149 10 666। ਇਹ ਦੋ ਨੰਬਰਾਂ 'ਤੇ ਹੀ ਤੁਸੀਂ ਜਿਹੜੀ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਆਪਾਂ 2-4 ਮਿੰਟ ਹੋਰ 5 ਮਿੰਟ ਗੱਲਬਾਤਾਂ ਕਰਦੇ ਹਾਂ ਇੱਧਰ ਉੱਧਰ ਦੀਆਂ ਨਾਲ ਹੋਰ ਜਿਹੜੀਆਂ ਸਾਡੀਆਂ ਸਰੀਰਕ ਪ੍ਰੋਬਲਮਸ ਆਉਂਦੀਆਂ ਨੇ ਜਾਂ ਖਾਸ ਕਰਕੇ ਸਾਡੇ ਡਾਕਟਰ ਸਾਹਿਬ ਆਮ ਤੌਰ ਦੇ ਉੱਤੇ ਸਾਡੇ ਟਰੱਕਰ ਵੀ ਸਾਨੂੰ ਬਹੁਤ ਸੁਣਦੇ ਆ ਜੀ ਜੀ ਸਰ। ਇਹਨਾਂ ਦੇ ਵਿੱਚ 2-3 ਬੜੀਆਂ, ਇੱਕ ਤਾਂ ਇਹਨਾਂ ਨੂੰ ਕਬਜ਼ ਦੀ ਬੜੀ ਸ਼ਿਕਾਇਤ ਰਹਿੰਦੀ ਹੈ ਕਿਉਂਕਿ ਟਰੈਵਲ ਬੜਾ ਕਰਦੇ ਆ। ਫਿਰ ਲੱਤਾਂ ਜਿਹੜੀਆਂ ਨੇ ਗੰਢਾਂ ਪੈ ਜਾਂਦੀਆਂ ਲੱਤਾਂ 'ਚ ਆਮ ਤੌਰ ਦੇ ਉੱਤੇ ਬਹਿਣ ਨਾਲ ਲੌਂਗ ਡਰਾਈਵ ਦੇ ਵਿੱਚ ਉਹ ਬੜੀ ਹੋ ਜਾਂਦੀ ਹੈ। ਸਟ੍ਰੈਸ ਬੜਾ ਹੁੰਦਾ ਕਿਉਂਕਿ ਇਕੱਲੇ ਰਹਿੰਦੇ ਆ, ਜੀ ਨਹੀਂ ਲੱਗਦਾ, ਪਰਿਵਾਰ ਦੂਰ ਹੋ ਜਾਂਦਾ ਹੈ। ਇਹਨਾਂ ਲਈ ਇਹੋ ਜਿਹੀ ਟੌਨਿਕ ਕੋਈ ਹੋਵੇ ਜਿਹੜੀ ਇਹਨਾਂ ਨੂੰ ਤੁਸੀਂ ਸੁਜੈਸਟ ਕਰ ਸਕੋ, ਉਹ ਕਿਹੜੀ ਚੀਜ਼ ਹੈ? ਇਹਨਾਂ ਨੂੰ ਦਾਨੇਵਾਲੀਆ ਸਾਹਿਬ ਰੂਟੀਨ 'ਚ ਜੀ ਅਗਰ ਕੋਈ ਕੰਸਟੀਪੇਸ਼ਨ ਵਾਲਾ ਬੱਚਾ ਹੈਗਾ ਜੀ ਜੀ ਕੋਈ, ਉਹਨੂੰ ਸਾਡੀ ਮੈਡੀਸਨ ਆਉਂਦੀ ਆ ਹਾਈਡਰਾਸਟਿਸ ਮਦਰ ਟਿੰਚਰ ਜੀ ਤੇ ਕੈਸਾਕਾਰਾ ਮਦਰ ਟਿੰਚਰ ਜੀ। ਇਹ ਹਾਈਡਰਾਸਟਿਸ ਤੇ ਕੈਸਾਕਾਰਾ ਦੋਨੇ ਲਿਕੁਇਡ ਫਾਰਮ 'ਚ ਮਿਲਾ ਕੇ ਕੋਲੇ ਰੱਖ ਲੈਣ, ਟਰੱਕ 'ਚ ਵੀ ਰੱਖ ਸਕਦੇ ਆ। ਉਹ ਮੰਨ ਕੇ ਚੱਲੋ ਵੀ 10-10 ਬੂੰਦਾਂ ਸਵੇਰੇ ਦੁਪਹਿਰੇ ਤੇ 20 ਬੂੰਦਾਂ ਸ਼ਾਮ ਨੂੰ ਉਹ ਰੂਟੀਨ 'ਚ ਲੈਣਗੇ। ਉਹਨਾਂ ਦੀ ਇੰਟਰਸਟਾਈਨ ਆ, ਉਹਨਾਂ ਦਾ ਲੀਵਰ ਆ, ਉਹਨਾਂ ਦੀ ਕਿਡਨੀ, ਉਹਨਾਂ ਦਾ ਮਤਲਬ ਜਸਟ ਲਾਈਕ ਖਾਣੇ ਵਾਲੀ ਨਾੜੀ ਤੋਂ ਰੈਕਟਮ ਤੱਕ ਜੀ ਬਿਲਕੁਲ ਲੁਬਰੀਕੇਟ ਹੋ ਜੂ। ਜੀ ਜੀ। ਲੁਬਰੀਕੇਸ਼ਨ ਵਾਸਤੇ ਉਹਨਾਂ ਨੂੰ ਕੋਈ ਪਾਊਡਰ, ਕੋਈ ਚੂਰਨ, ਕੋਈ ਗੋਲੀ ਕਬਜੀ ਦੀ ਕੋਈ ਐਕਸਟਰਾ ਲੈਣੀ ਨਹੀਂ ਪਊਗੀ। ਜੀ ਜੀ ਜੀ। ਉਹ ਰੂਟੀਨ 'ਚ ਵੀ ਲੈਣਗੇ ਤਾਂ ਉਹਨਾਂ ਨੂੰ ਉਹਦੀ ਕੋਈ ਆਦਤ ਨਹੀਂ ਪਊਗੀ। ਜਿਹੜੇ ਥੋੜ੍ਹਾ ਜਿਹਾ ਮੈਂਟਲੀ ਤੁਸੀਂ ਮੰਨਿਆ ਵੀ ਚਲੋ ਫਿਜ਼ੀਕਲੀ ਕੰਮ ਕਰਦੇ ਕਰਦੇ ਥੋੜ੍ਹਾ ਜਿਹਾ ਦਿਮਾਗ 'ਤੇ ਵੀ ਸਟ੍ਰੈਸ ਜਾ ਜਾਂਦਾ, ਉਹਦੇ ਵਾਸਤੇ ਸਾਡੀ ਆਉਂਦੀ ਹੈ ਜੀ ਮੈਡੀਸਨ ਵਲੇਰੀਅਨ ਛੋਟੇ ਵੀ ਨਾਲ ਵਲੇਰੀਅਨ ਮੈਡੀਸਨ ਆਉਂਦੀ ਆ। ਉਹ ਰੂਟੀਨ 'ਚ ਉਹ ਤਾਂ ਮਤਲਬ ਐਂ ਸਮਝੋ ਵੀ ਪੂਰਨ ਨਵਾਬ ਮੈਡੀਸਨ ਆ। ਨਵਾਬੀਆਂ ਹਾਂ, ਪੂਰਨ ਨਵਾਬ ਵੀ ਤੁਸੀਂ 4 ਘੰਟੇ ਸੌਵੋਗੇ ਤਾਂ 4 ਘੰਟੇ ਤੁਹਾਨੂੰ ਸਾਊਂਡ ਸਲੀਪ ਆਊਗੀ। ਕੋਈ ਕਿਸੇ ਕਿਸਮ ਦਾ ਤੁਹਾਨੂੰ ਕੋਈ ਸੁਪਨਾ, ਕੋਈ ਇਹ ਨਹੀਂ ਵੀ ਦਿਮਾਗ ਘੁੰਮਦਾ ਰਹੂਗਾ ਤੇ ਤੁਸੀਂ ਸੁੱਤੇ ਪਏ ਹੋ। ਉਹ 4-5 ਘੰਟਿਆਂ 'ਚ ਹੀ ਤੁਹਾਡੀ 12 ਘੰਟਿਆਂ ਦੀ ਨੀਂਦ ਪੂਰੀ ਹੋਣ ਲੱਗ ਜੂ। ਇਹਦਾ ਮਤਲਬ ਖਾਸ ਕਰਕੇ ਜਿਹੜੇ ਵੀ ਟਰੱਕਾਂ ਦੇ ਵਿੱਚ ਸੌਂਦੇ ਨੇ, ਬਾਹਰ ਸੌਂਦੇ, ਘਰੇ ਨਹੀਂ ਹੁੰਦੇ, ਮਤਲਬ ਕਿ ਅਨਕੰਫਰਟੇਬਲ ਪਲੇਸ ਦੇ ਵਿੱਚ ਹੁੰਦੇ ਨੇ, ਤੇ ਇਹ ਵੀ ਹੁੰਦਾ ਕਈ ਵਾਰੀ ਨੀਂਦ ਦੀ ਗੋਲੀ ਲੈ ਲੈਂਦੇ ਤੇ ਹੈਂਗਓਵਰ ਹੋ ਜਾਂਦਾ ਉਹਦਾ, ਉਹ ਨਹੀਂ ਹੋਏਗਾ? ਨਹੀਂ, ਬਿਲਕੁਲ ਉਹਦਾ ਹੈਂਗਓਵਰ ਨਹੀਂ ਹੋਏਗਾ। ਇਹ ਵਲੇਰੀਅਨ ਮੈਡੀਸਨ ਤਾਂ ਇਹ ਐਂ ਮੰਨ ਕੇ ਚੱਲੋ ਜੇ ਸਵੇਰੇ ਲਵਾਂਗੇ ਦੁਪਹਿਰੇ ਲਵਾਂਗੇ ਇਹਦਾ ਅਸਰ ਰਾਤ ਨੂੰ ਹੀ ਹੋਏਗਾ। ਅੱਛਾ, ਇਹ ਨਹੀਂਗਾ ਵੀ ਇਹ ਚੀਜ਼ ਨਹੀਂ ਹੋਊਗੀ ਵੀ ਸਵੇਰੇ ਦੁਪਹਿਰੇ ਲੈ ਲਈ 2 ਘੰਟੇ ਪਹਿਲਾਂ ਤੇ ਉਹਦਾ ਅਸਰ ਹੋਣ ਲੱਗ ਗਿਆ, ਨੀਂਦ ਬਹੁਤ ਆਉਣ ਲੱਗ ਗਈ ਜਾਂ ਥੋੜ੍ਹੀ ਮੋਟੀ ਦਿੱਕਤ ਆਉਣ ਲੱਗ ਗਈ ਨਾ। ਇਹਦਾ ਅਸਰ ਜਸਟ ਜਦੋਂ ਸੌਣ ਦਾ ਟਾਈਮ ਆ ਉਸੇ ਟਾਈਮ ਹੀ ਆਊਗਾ। ਜੀ ਜੀ ਜੀ, ਠੀਕ। ਤੇ ਥੋੜ੍ਹਾ ਮੋਟਾ ਜੇ ਕੋਈ BP ਵਗੈਰਾ ਮਾੜਾ ਮੋਟਾ ਕਈ ਵਾਰੀ ਹੋ ਜਾਂਦਾ, ਸਾਡੇ ਮੈਡੀਸਨ ਆਉਂਦੀ ਹੈ ਜੀ ਪੈਸੀਫਲੋਰਾ, ਉਹ ਵੀ ਆਪਾਂ ਨਾਲ ਲੈ ਸਕਦੇ ਹਾਂ। ਜੇ ਮਾੜੀ ਮੋਟੀ ਸਟ੍ਰੈਸ ਦੇ ਨਾਲ ਕੋਈ ਬਲੱਡ ਪ੍ਰੈਸ਼ਰ ਮਾੜਾ ਮੋਟਾ ਵੱਧਦਾ ਤੇ ਉਹ ਗੋਲੀਆਂ ਫਾਰਮ 'ਚ ਵੀ ਆਉਂਦੀ ਆ, 1X ਗੋਲੀਆਂ 'ਚ ਵੀ, ਉਹ ਮਦਰ ਟਿੰਚਰ 'ਚ ਵੀ ਆਉਂਦੀ ਆ। ਇੱਕ ਜੀ ਦੱਸੋ ਡਾਕਟਰ ਸਾਹਿਬ, ਤੁਸੀਂ ਕਈ ਭਰਾ ਸਾਡੇ ਸੁਣਦੇ ਨੇ ਪਰ ਉਹ ਵਿਚਾਰੇ ਗੱਲ ਕਰਨ 'ਚ ਸੰਕੋਚ ਕਰ ਜਾਂਦੇ ਆ। ਮੈਨੂੰ ਥੋੜ੍ਹਾ ਜਿਹਾ ਇਸ ਚੀਜ਼ ਦੇ ਪਤਾ ਕਿ ਆਮ ਤੌਰ 'ਤੇ ਆਪਾਂ ਭਾਰਤ ਦੀ ਗੱਲ ਹੀ ਕਰ ਲਈਏ, ਕੋਈ ਬੰਦਾ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਕੰਮ ਕਰਦਾ ਉਹ ਨਸ਼ਾ ਪੱਤਾ ਵੀ ਖਾਣ ਲੱਗ ਪੈਂਦਾ। ਜੀ ਜੀ ਜੀ। ਆਪਣੇ ਦੇਖੋ ਤੋਂ ਭੁੱਕੀ ਪੋਸਟ ਵਿਚਾਰੇ ਬਹੁਤ ਖਾਂਦੇ ਆ, ਭਾਵੇਂ ਉਦੋਂ ਬਾਅਦ ਫਿਰ ਕੈਪਸੂਲ ਗੋਲੀਆਂ 'ਤੇ ਲੱਗ ਜਾਂਦੇ ਨੇ, ਜਿਹੜੀ ਜਮਾਂ ਹੀ ਘਾਤਕ ਹੈ, ਸਿੰਥੈਟਿਕ ਦਵਾਈਆਂ। ਬਿਲਕੁਲ। ਇਹਨਾਂ ਤੋਂ ਲਾਈਫ ਟਾਈਮ ਲਈ ਨਿਜਾਤ ਹੋਮੋਪੈਥੀ ਦਿੰਦੀ ਹੈ ਕਿਸੇ ਪ੍ਰਕਾਰ ਨਾਲ ਨਸ਼ਾ ਛਡਾਉਣ ਦਾ? ਹੋਮੋਪੈਥੀ ਦੇ ਕੋਲੇ ਬਹੁਤ ਨੁਕਸੇ ਹੈ ਜੀ। ਇਹ ਤਾਂ ਐਂ ਸਮਝ ਲਓ ਵੀ ਭੰਡਾਰ ਆ ਇਸ ਚੀਜ਼ ਦਾ ਜੀ। ਜਿਹੜਾ ਬੰਦਾ ਆਮ ਰੂਟੀਨ 'ਚ ਦਾਰੂ ਦਾ ਸ਼ੌਕੀਨ ਆ ਵੀ ਮੇਰੇ ਹੱਥ ਕੰਬਣ ਲੱਗ ਜਾਂਦੇ ਆ, ਮੈਂ ਰੂਟੀਨ 'ਚ ਪੀਣੀ ਆ, ਠੀਕ ਹੈ, ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਭੁੱਖ ਨਹੀਂ ਲੱਗਦੀ, ਮੈਨੂੰ ਟੈਨਸ਼ਨ ਰਹਿੰਦੀ ਆ, ਉਹਨਾਂ ਵਾਸਤੇ ਬੜੀ ਵਧੀਆ ਮੈਡੀਸਨ ਆ ਜੀ। ਸਲਫਿਊਰਿਕ ਐਸਿਡ ਮੈਡੀਸਨ ਆਉਂਦੀ ਆ ਸਾਡੀ, ਉਹ ਵੀ ਮਦਰ ਟਿੰਚਰ ਫਾਰਮ 'ਚ ਤੁਸੀਂ ਯੂਜ਼ ਕਰ ਸਕਦੇ ਹੋ, ਬਹੁਤ ਹੀ ਵਧੀਆ ਅਸਰ ਕਰਦੀ ਆ। ਔਰ ਤੁਸੀਂ ਦਾਨੇਵਾਲੀਆ ਸਾਹਿਬ ਉਹ
ਤੁਹਾਡੇ ਵਾਸਤੇ ਕੋਈ ਉਹਦੀ ਪ੍ਰੀਕਾਸ਼ਨ ਨਹੀਂ। ਤੁਸੀਂ ਦਾਰੂ ਦੇ ਵਿੱਚ ਪਾ ਕੇ ਵੀ ਉਹਨੂੰ 10 15 20 ਬੂੰਦਾਂ ਰੂਟੀਨ 'ਚ ਲਾਓਗੇ ਤੇ ਹੌਲੀ ਹੌਲੀ ਤੁਹਾਨੂੰ ਦਾਰੂ ਤੋਂ ਵੀ ਐਂ ਲੱਗਣ ਲੱਗ ਜੂ ਵੀ ਛੱਡ ਪਰਾਂ ਯਾਰ। ਵੀ 4 ਪੈਗ ਲਾਉਂਦੇ ਸੀ, 2 ਆ ਗਏ, 2 ਵੀ ਤੁਹਾਨੂੰ ਕਈ ਵਾਰੀ ਪੈਗ ਪਾਇਆ ਪਵਾਇਆ ਰਹਿ ਜਾਂਦਾ, ਬੰਦਾ ਅਵੋਇਡ ਕਰਦਾ ਵੀ ਯਾਰ ਇਹਨੂੰ ਮੈਂ ਰਹਿਣ ਦਿਆਂ, ਮੇਰਾ ਸਰੀਰ ਨਹੀਂ ਚੱਲਦਾ ਜਾਂ ਮੈਨੂੰ ਨਹੀਂ ਇਹ ਚੰਗੀ ਲੱਗਦੀ। ਉਧਰੋਂ ਮਨ, ਇਹ ਮੈਡੀਸਨਾਂ ਨਾਲ ਤੁਹਾਡੇ ਮਨ ਤੇ ਇੰਨਾ ਕੰਟਰੋਲ ਵਿਲ ਪਾਵਰ ਵਧਾਉਂਦੀਆਂ, ਇੰਨੀ ਵਿਲ ਪਾਵਰ ਵਧਾ ਦਿੰਦੀਆਂ ਜੀ, ਔਰ ਬੜਾ ਵਧੀਆ ਰਿਜ਼ਲਟ ਆ ਜੀ। ਜੀ ਹਾਂ। ਸੋ ਜਿਹੜਾ ਨਸ਼ਾ ਪੱਤਾ ਜੀ, ਫੀਮ, ਭੁੱਕੀ, ਕੈਪਸੂਲ, ਗੋਲੀਆਂ, ਇਹਦੇ ਵਾਸਤੇ ਵੀ ਮੈਡੀਸਨ ਆਉਂਦੀ ਹੈ ਜੀ। ਡਿਫੂਜ਼ਾ ਮੈਡੀਸਨ ਆਉਂਦੀ ਆ ਸਾਡੇ, ਜਿਹੜੇ ਵੀ ਕੋਈ ਡੋਡੇ, ਕੋਈ ਭੁੱਕੀ, ਕੋਈ 2 ਚਮਚੇ, ਕੋਈ 1 ਚਮਚਾ, ਕੋਈ 4 ਚਮਚੇ। ਕਈ ਵਾਰੀ ਤਾਂ ਬੰਦਾ ਦੱਸ ਦਿੰਦਾ ਵੀ ਯਾਰ ਮੈਂ ਤਾਂ 2 ਕਿਲੋ ਖਾਨਾ ਮਹੀਨੇ ਦਾ। ਕਈ ਵਾਰੀ ਸੰਗਦੇ ਹੁੰਦੇ ਆ ਵੀ ਨਹੀਂ ਜੀ ਮੈਂ ਤਾਂ ਇੰਨਾ ਕੀ ਖਾਨਾ। ਉਹਦੇ 'ਚ ਸਾਡੀ ਆਉਂਦੀ ਆ ਓਪੀਅਮ ਮੈਡੀਸਨ ਆਉਂਦੀ ਆ, ਠੀਕ ਹੈ। ਉਹ ਤੁਹਾਡੀ ਵਿਲ ਪਾਵਰ ਬਹੁਤ ਵਧਾਉਂਦੀ ਆ। ਉਹ ਭੁੱਕੀ ਤੇ ਨਸ਼ਾ, ਔਰ ਬਿਲਕੁਲ ਤੁਸੀਂ ਮਹਿਸੂਸ ਕਰੋਗੇ ਵੀ ਯਾਰ ਜਦੋਂ ਉਹ ਮੈਡੀਸਨ ਲੈਣ ਲੱਗ ਗਏ ਉਹ ਤਰੋ ਤਾਜ਼ਾ ਰਹੋਗੇ, ਤਰੋ ਤਾਜ਼ਾ। ਜਦੋਂ ਮਤਲਬ ਤੁਸੀਂ ਹਰ ਵਾਰੀ ਤੁਸੀਂ 10 ਬੂੰਦਾਂ ਕੀ ਪਾਓਗੇ, ਜਿਹੋ ਜਿਹਾ ਤੁਸੀਂ 2 ਕਿਲੋ ਦੇਸੀ ਘਿਓ ਖਾ ਲਿਆ, ਜਿਹੋ ਜਿਹੀਆਂ 10 15 20 ਬੂੰਦਾਂ ਲੈ ਲਈਆਂ। ਇੰਨਾ ਸਟੈਮਿਨਾ, ਇੰਨੀ ਤੁਹਾਡੀ ਵਿਲ ਪਾਵਰ ਤੇ ਥਕਾਵਟ ਤੁਹਾਨੂੰ ਮਹਿਸੂਸ ਹੀ ਨਹੀਂ ਹੋਣੀ ਵੀ ਯਾਰ ਮੈਨੂੰ 4 ਘੰਟੇ ਹੋ ਗਏ ਜਾਂ 8 ਘੰਟੇ ਹੋ ਗਏ ਜਾਂ 10 ਘੰਟੇ। ਇਹ ਵੀ ਵੈਸੇ ਇੱਕ ਬੜੀ ਤਕੜੀ ਚੀਜ਼ ਹੈ, ਜਿਵੇਂ ਤੁਸੀਂ ਗੱਲ ਕੀਤੀ, ਗੱਲਾਂ ਬਾਤਾਂ ਦੇ ਵਿੱਚ ਹਰ ਚੀਜ਼ ਦਾ ਇੱਕ ਇਲਾਜ ਹੁੰਦਾ ਹੈ। 90% ਜੀ ਜਦੋਂ ਸਾਡੀ ਸਹਿਣਸ਼ੀਲਤਾ ਖਤਮ ਹੋ ਜਾਂਦੀ ਹੈ, ਘਰਾਂ 'ਚ ਲੜਾਈ ਕਲੇਸ਼, ਹੋਰ ਉਹ ਸਹਿਣਸ਼ੀਲਤਾ ਦੇ ਕਾਰਨ ਹੁੰਦਾ। ਬੰਦੇ ਦੇ ਵਿੱਚ ਸਹਿਣਸ਼ੀਲਤਾ ਵੱਧ ਜੇ ਤਾਂ ਮੈਨੂੰ ਲੱਗਦਾ ਅੱਧੇ ਘਰ ਸੁਖੀ ਹੋ ਜਾਂਦੇ। ਬਿਲਕੁਲ। ਠੀਕ ਹੈ। ਘਰੇਲੂ ਮੀਆਂ ਬੀਵੀ ਦੇ ਰਿਸ਼ਤਿਆਂ ਦੇ ਵਿੱਚ ਜਿਹੜੀ ਤਰਾੜ ਪੈਂਦੀ ਹੈ, ਕਈ ਫਿਜ਼ੀਕਲੀ ਜਾਂ ਹੋਰ, ਸੋ ਤਮਾਮ ਚੀਜ਼ਾਂ ਦੇ ਇਲਾਜ ਆਪਣੇ ਕੋਲ ਹੈਗੇ ਨੇ। ਬਿਲਕੁਲ ਜੀ, ਬਿਲਕੁਲ। ਸੋ ਨੰਬਰ ਨੋਟ ਕਰ ਲਓ ਜੀ, 9855481965 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਫਿਰ ਆਪਾਂ ਗੱਲਬਾਤ ਹੋਰ ਅੱਗੇ ਤੋਰਾਂਗੇ। ਸੋ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ, ਆਪਣਾ ਗੱਲਬਾਤ ਕਰ ਸਕਦੇ ਹੋ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ, ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop, 5196220660 ਜਾਂ quicktrucklube.com. QTL, because we care. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ
फ्यूल स्टॉप अर्लिंगटन फ्यूल स्टॉप 1801 पायनियर स्ट्रीट हाईवे एग्जिट 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਆਪਾਂ ਇੱਕ ਕਾਲ ਲੈ ਲਈਏ ਜੀ। ਕਾਲ ਵੀਰ ਜੀ, ਮੇਰੀ ਗੁਜ਼ਾਰਿਸ਼ ਹੈ ਜਿਹੜੇ ਵੀਰ ਕਾਲ ਕਰ ਰਹੇ ਨੇ ਥੋੜਾ ਦੇਰ ਰੁਕਿਆ ਕਰੋ। ਤੁਸੀਂ ਸਾਰੇ ਪਾਸੇ ਕਾਲਾਂ ਖੜਕਾਈ ਜਾਂਦੇ ਹੋ, 3-4 ਪਾਸੇ ਤੁਸੀਂ ਜਿਹੜਾ ਲਗਾਤਾਰ ਇੱਧਰ ਕਾਲਾਂ ਲਾਈ ਜਾ ਰਹੇ ਹੋ। ਸੋ ਤੁਸੀਂ 92 164 10 666 98 149 10 666 ਤੇ ਕਾਲ ਲਾਉਣੀ ਹੈ। ਸੋ ਤੁਸੀਂ ਪਹਿਲਾਂ ਇੱਕ ਪਾਸੇ, ਫਿਰ ਦੂਜੇ ਪਾਸੇ, ਫਿਰ ਤੀਜੇ ਪਾਸੇ ਥੋੜ੍ਹਾ ਜਿਹਾ ਸੰਕੋਚ ਵਰਤੋ ਇਸ ਚੀਜ਼ ਤੋਂ। ਸੋ ਰੁਕਿਆ ਕਰੋ ਵੀਰ ਜੀ ਜਿਹੜੇ ਨੇ, ਕਿਉਂਕਿ ਇਹੀ 2 ਨੰਬਰ ਜਿਹੜੇ ਨੇ ਸਾਡੇ ਨੇ। ਇੱਕ ਡਾਕਟਰ ਸਾਹਿਬ ਮੈਂ ਹੋਰ ਪੁੱਛਦਾ ਸੀ, ਆਮ ਤੌਰ ਦੇ ਉੱਤੇ ਇੱਕ ਪੈਰਾਂ ਦੀਆਂ ਵਿੱਚ ਨਾ ਬਰੀਕ ਨੀਲੀਆਂ ਵੇਨਸ ਦਿਸਣ ਲੱਗ ਪੈਂਦੀਆਂ। ਦੂਜਾ ਪਿੰਜਣੀਆਂ ਦੇ ਵਿੱਚ ਆਪਾਂ ਦੇਖਦੇ ਕਿ ਮੋਟੀਆਂ ਨਾੜਾਂ ਵੀ ਖੜੀਆਂ ਹੋ ਜਾਂਦੀਆਂ ਨੇ ਜੀ। ਉਹ ਇੱਕ ਕਾਲ ਲੈ ਲਈਏ, ਫਿਰ ਆਪਾਂ ਅੱਗੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, 92 164 ਤੇ ਆਉਣੇ ਰਹੋ ਜੀ। ਹਾਂ, ਸਤਿ ਸ਼੍ਰੀ ਅਕਾਲ ਦਾਨਿਆਲ ਸਾਹਿਬ। ਗੁਰਮੀਤ ਸਿੰਘ ਜਟਾਣਾ ਬੋਲਦਾ ਐਡਮਿੰਟਨ ਤੋਂ। ਹੁਣ ਆਇਆ ਇੰਡੀਆ ਮੈਚ ਤੇ ਜੀ ਜਟਾਣਾ ਸਾਹਿਬ। ਸਰ ਡਾਕਟਰ ਸਾਹਿਬ ਦਾ ਨੰਬਰ ਮੈਂ ਸੁਣਨਾ, ਪਰ ਤੁਹਾਡੇ WhatsApp ਤੇ ਹੈ ਉਹ ਕਿ ਪਤਾ WhatsApp ਤੇ ਤੁਸੀਂ ਲਿਖੋ ਜੀ, ਨੰਬਰ ਲਿਖੋ। ਸੌਰੀ, ਹੁਣ ਤਾਂ ਸਰ ਮੈਂ ਪਿਆ ਬੇਸੇ ਚ ਪਿਆ, ਰੋਟੀ ਖਾ ਲਈ, ਹੁਣ ਤਾਂ ਪੈਨ ਪਾਉਣਾ ਤੁਸੀਂ। ਅੱਛਾ ਚਲੋ ਲਿਖ ਦਿਆਂਗੇ। ਮੈਂ ਤੁਹਾਨੂੰ WhatsApp ਹਾਏ ਲਿਖੂੰਗਾ ਜੀ, ਮਿਹਰਬਾਨੀ। ਕੋਈ ਸਵਾਲ ਹੈ ਜੀ? ਨਹੀਂ ਸਵਾਲ, ਥੈਂਕ ਯੂ, ਬਹੁਤ ਵਧੀਆ ਕਰਦੇ ਨੇ ਇਲਾਜ, ਹਰ ਚੀਜ਼ ਦਾ ਇਲਾਜ ਕਰਦੇ ਨੇ, ਵਧੀਆ ਗੱਲ ਸੁਣਦੇ ਆ ਜੀ। ਮਿਹਰਬਾਨੀ ਜਟਾਣਾ ਸਾਹਿਬ, ਮਿਹਰਬਾਨੀ। ਸੋ ਆਪਣਾ ਡਾਕਟਰ ਸਾਹਿਬ, ਉਹ ਕੀ ਚੀਜ਼ ਹੁੰਦੀ ਹੈ ਜੀ ਉਹ ਜਿਹੜੀਆਂ ਨੀਲੀਆਂ ਪੈਰਾਂ ਦੇ ਵਿੱਚ ਆਪਾਂ ਨੂੰ ਦਿਸਦੀਆਂ ਨੇ, ਬਰੀਕ ਨਾੜੀਆਂ, ਫਿਰ ਮੋਟੀਆਂ ਨਾੜੀਆਂ? ਉਹਨਾਂ ਨੂੰ ਦਾਨੇਵਾਲੀਆ ਸਾਹਿਬ ਵੈਰੀਕੋਜ਼ ਵੇਨ ਕਹਿੰਦੇ ਆ। ਵੈਰੀਕੋਜ਼ ਵੇਨਸ ਉਹਨਾਂ ਦੀ ਐਕਚੁਅਲੀ ਪ੍ਰੋਬਲਮ ਹਾਰਟ ਤੋਂ ਖੂਨ ਨੀਚੇ ਤਾਂ ਆ ਜਾਂਦਾ ਜੀ, ਪਰ ਪ੍ਰੋਪਰ ਜਿਹੜਾ ਇੰਪਿਓਰ ਖੂਨ ਆ ਉਹ ਤਾਂ ਉੱਪਰ ਨਹੀਂ ਚੜਦਾ। ਮੰਨ ਕੇ ਚੱਲੋ ਵੀ ਕੋਈ ਆਪਾਂ ਛੋਟੀ ਮੋਟਰ ਲਾ ਦਿੰਦੇ ਆ 3 ਮੰਜ਼ਲੀ ਪਾਣੀ ਤੇ ਚੜਾਉਣ ਵਾਲੀ, ਠੀਕ ਹੈ, ਉਹ ਬਸ ਉਹ ਜਸਟ ਲਾਈਕ ਉਵੇਂ ਜਿਹੀ ਕਰੀ ਆ ਵੀ ਉਹ ਪਾਣੀ ਜਾਂ ਤਾਂ ਹਾਰਟ 'ਚ ਥੋੜੀ ਮੋਟੀ ਕਮੀ ਰਹਿ ਜਾਂਦੀ ਆ ਜਾਂ ਬਲੱਡ 'ਚ ਇੰਪਿਓਰਿਟੀ ਵੱਧ ਜਾਂਦੀ ਆ, ਉਹਦੇ ਕਰਕੇ ਉਹ ਮੋਟੀਆਂ ਨਾੜਾਂ ਉਹ ਬੜੀ ਦਿੱਕਤ ਆ ਰਹੀ ਆ ਅੱਜ ਕੱਲ੍ਹ ਲੋਕਾਂ ਨੂੰ ਜੀ, ਬੜੀ ਦਿੱਕਤ ਆ ਰਹੀ ਆ। ਮੰਨ ਕੇ ਚੱਲੋ ਵੀ ਉਹ ਕਿਤੇ ਤੁਰਨ ਵੀ ਦਿੱਕਤ ਆਉਂਦੀ ਆ, ਪੈਣ ਲੱਗੇ ਵੀ ਦਿੱਕਤ ਆਉਂਦੀ ਆ, ਉਹ ਮੱਚਦੀਆਂ ਰਹਿੰਦੀਆਂ, ਤਲੀਆਂ ਮੱਚਦੀਆਂ ਰਹਿੰਦੀਆਂ, ਉਹ ਵੇਨਸ ਮੱਚਦੀਆਂ ਰਹਿੰਦੀਆਂ, ਕਿਉਂਕਿ ਉਹਨਾਂ ਦਾ ਖੂਨ ਤਾਂ ਨਹੀਂ ਚੜਦਾ। ਉਸ ਕਰਕੇ ਬੰਦਾ ਮੋਸਟਲੀ ਹੁਣ ਐਲੋਪੈਥੀ ਤਾਂ ਕੋਈ ਉਹਦਾ ਇੰਤਜ਼ਾਮ ਹੈ ਨਹੀਂ ਸਰ। ਐਲੋਪੈਥੀ 'ਚ ਕੀ ਕਰਦੇ ਆ, ਉਹ ਵੇਨ ਕੱਟਤੀ, ਉਹਦੇ ਚੋਂ ਡਰੇਨ ਆਊਟ ਕਰਤਾ ਜਿੰਨਾ ਵੀ ਕੋਈ ਉਹਦਾ ਬਲੱਡ ਪੱਛ ਲਾਉਣਾ। ਤੇ ਪਰ ਇਹ ਵੀ ਹੋਮੋਪੈਥੀ 'ਚ ਤਾਂ ਬੜਾ ਵਧੀਆ ਇਲਾਜ ਆ ਜੀ। ਜੇ ਬੰਦਾ ਮਾੜੀ ਮੋਟੀ ਕੇਅਰ ਲੈਣ, ਦਵਾਈ ਲਵੇ ਤਾਂ ਉਹ 2-3 ਮਹੀਨਿਆਂ 'ਚ ਉਹਦੀ ਰਿਕਵਰੀ ਹੋ ਜਾਂਦੀ ਆ। ਪਹਿਲਾਂ ਉਹ ਓਲਡ ਏਜ 'ਚ ਹੁੰਦੀ ਸੀਗੀ, ਹੁਣ ਤਾਂ ਯੰਗਸਟਰ ਦੇ ਵੀ ਹੋਣ ਲੱਗ ਗਈ, ਕਿਉਂਕਿ ਸਟ੍ਰੈਸ ਜ਼ਿਆਦਾ ਰਹਿੰਦਾ, ਹਾਰਟ ਦੀ ਥੋੜੀ ਮੋਟੀ ਧਮਨੀਆਂ ਵੀਕ ਹੋ ਜਾਂਦੀਆਂ, ਕਮਜ਼ੋਰ ਹੋ ਜਾਂਦੀ ਆ, ਹਾਰਟ ਦੀ ਕਪੈਸਿਟੀ ਘਟ ਜਾਂਦੀ ਆ, ਉਹਦੇ ਕਰਕੇ ਖੂਨ ਨੀਚੇ ਤਾਂ ਚਲਾ ਜਾਂਦਾ, ਪਰ ਇੰਪਿਓਰ ਖੂਨ ਉੱਪਰ ਨਹੀਂ ਆਉਂਦਾ। ਉੱਪਰ ਨਾ ਆਉਣ ਕਰਕੇ ਉਹ ਵੇਨ ਸਾਰੀਆਂ ਦਿਸਣ ਲੱਗ ਜਾਂਦੀਆਂ ਕਲੀਅਰ ਕੱਟ। ਤੇ ਬਵਾਸੀਰ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਜੀ? ਬਵਾਸੀਰ ਵੀ ਕਈ ਕਿਸਮ ਦੀ ਬਵਾਸੀਰ ਆ ਜੀ। ਬਾਦੀ ਬਵਾਸੀਰ ਕਹਿੰਦੇ ਆ, ਖੂਨੀ ਬਵਾਸੀਰੀ ਕਹਿੰਦੇ ਆ।
ਉਹ ਮੋਸਟਲੀ ਉਹਨਾਂ ਨੂੰ ਐਂ ਮੰਨ ਕੇ ਚੱਲੋ ਵੀ ਇੱਕ ਅੰਦਰ ਵਾਲੀ ਬਵਾਸੀਰ, ਇੱਕ ਬਾਹਰ ਵਾਲੀ ਬਵਾਸੀਰ, ਉਹ ਕਈ 2-3 ਕਿਸਮ ਦੀ ਮੰਨ ਕੇ ਚੱਲੋ। ਉਹਦੇ 'ਚ ਇਹ ਹੈ ਵੀ ਬਵਾਸੀਰ ਦਾ ਕੋਈ ਪਰਮਾਨੈਂਟ ਐਲੋਪੈਥੀ 'ਚ ਕੋਈ ਇਲਾਜ ਨਹੀਂ ਸਾਰਾ। ਅੱਛਾ ਜੀ, ਆਪਰੇਸ਼ਨ ਜਿਹਾ ਹੀ ਕਰ ਦਿੰਦੇ? ਆਪਰੇਸ਼ਨ ਕਰ ਦਿੰਦੇ ਆ ਬਸ। ਉਹ ਆਪਰੇਟ ਕੀਤਾ ਹੋਇਆ ਸਾਲ ਬਾਅਦ 6 ਮਹੀਨਿਆਂ ਬਾਅਦ ਜੇ ਤੁਹਾਨੂੰ ਦੁਬਾਰੇ ਫੇਰ ਕਨਸਟੀਪੇਸ਼ਨ ਰਹਿੰਦੀ ਆ, ਫੇਰ ਤੁਹਾਡਾ ਪੇਟ ਖਰਾਬ ਰਹਿੰਦਾ, ਉਹ ਦੁਬਾਰੇ ਫੇਰ ਉਹੀ ਪ੍ਰੋਬਲਮ ਆ ਜਾਂਦੀ ਆ। ਤੁਸੀਂ ਆਪਦੀ ਸਿਹਤ ਦਾ ਖਿਆਲ ਰੱਖਣਾ ਤਾਂ ਤੁਸੀਂ ਖਾਣ ਪੀਣ ਵਧੀਆ ਰੱਖੋ, ਫਾਸਟ ਫੂਡ ਤੋਂ ਅਵੋਇਡ ਕਰੋ ਤੇ ਥੋੜ੍ਹੀ ਮੋਟੀ ਮੈਡੀਸਨ ਲੈ ਲਓ। ਉਹਦੇ ਨਾਲ ਜੇ ਕੋਈ ਮੌਕੇ ਟਾਈਪ ਹੈਗੇ ਆ, ਠੀਕ ਹੈ, ਉਹ ਮੈਡੀਸਨ ਨਾਲ। ਨੰਬਰ ਮੈਂ ਦੱਸ ਹੀ ਦਿੱਤਾ ਤੇ ਤੁਹਾਡੇ ਨਾਲ ਕੰਸਲਟ ਕਰ ਸਕਦੇ ਆ। ਠੀਕ ਹੈ ਜੀ। ਡਾਕਟਰ ਸਾਹਿਬ, ਵੈਸੇ ਤਾਂ ਆਪਾਂ ਸਾਰੇ ਸਮਾਂ ਵੀ ਥੋੜ੍ਹਾ ਜਿਹਾ ਅੱਜ ਮੈਂ ਜਲਦੀ 5-4 ਮਿੰਟ ਆਪਾਂ ਪਹਿਲਾਂ ਹੀ ਮੈਂ ਇਜਾਜ਼ਤ ਲਊਂਗਾ। ਤੁਹਾਡੇ ਨਾਲ ਸਪੈਸ਼ਲੀ ਇੱਕ ਦਿਨ ਕਈ ਵੀਰ ਜਿਹੜੇ ਨੇ ਉਹ ਅਗਿਆਤ ਤੌਰ ਦੇ ਉੱਤੇ ਸਾਨੂੰ ਸਵਾਲ ਭੇਜ ਸਕਦੇ ਨੇ, ਕਿਉਂਕਿ ਘਰੇਲੂ ਕਲੇਸ਼ ਦਾ ਇੱਕ ਸਭ ਤੋਂ ਵੱਡਾ ਕਾਰਨ ਹੁੰਦਾ ਜੀ ਸੈਕਸੁਅਲ ਡਿਜ਼ਾਇਰ ਅਤੇ ਉਹਦੀ ਫੁੱਲਫਿਲਮੈਂਟ ਨਾ ਹੋਣੀ, ਥਕਾਵਟ ਆ ਜਾਣੀ। ਬੜੀਆਂ ਮੈਂ ਇੱਥੇ ਵੀ 1-2 ਰਾਜੀਨਾਮੇ ਕਰਵਾਏ ਨੇ। ਉਹ ਬੰਦਾ ਇੱਕ ਜਦੋਂ ਪਰਫੋਰਮ ਨਹੀਂ ਕਰ ਪਾਉਂਦਾ ਉਹ ਉਦੋਂ ਜ਼ਿਆਦਾ ਅਗਰੈਸਿਵ ਹੋ ਜਾਂਦਾ ਲੜਾਈ ਝਗੜੇ 'ਚ। ਇਹ ਕਿਉਂ ਹੋ ਜਾਂਦਾ ਜੀ? ਕੀ ਕਾਰਨ? ਇਹ ਵੀ ਇੱਕ ਗੱਲ ਹੈ ਅਤੇ ਉਹਦਾ ਵੀ ਇਲਾਜ ਹੈ, ਉਹ ਆਪਾਂ ਅੱਗੇ ਡਿਸਕਸ ਕਰ ਲਾਂਗੇ ਇਲਾਜ ਕੀ ਨੇ। ਪਰ ਇਹ ਦੱਸ ਦਿਓ ਵੀ ਇਹ ਕਿਉਂ ਹੋ ਜਾਂਦਾ, ਕੀ ਕਰਨੀ ਹੈ, ਪਰਫੋਰਮੈਂਸ ਕਿਉਂ ਘਟਦੀ ਹੈ ਬੰਦੇ? ਇਹ ਪਰਫੋਰਮੈਂਸ ਘਟਦੀ ਹੈ ਜੀ, ਪਹਿਲਾਂ ਆਪਣਾ ਦਾਨੇਵਾਲੀਆ ਸਾਹਿਬ ਖਾਣਾ ਪਾਣਾ ਸਾਰਾ ਸਿਸਟਮ ਬਹੁਤ ਵਧੀਆ ਸੀਗਾ ਜੀ, ਔਰ ਬੰਦਾ ਆਪਦਾ ਤਾਂ ਬੋਝ ਹੀ ਸਿਰਫ 5% ਹੁੰਦਾ ਜੀ। 95% ਬੋਝ ਹੀ ਆਪਾਂ ਲੋਕਾਂ ਦਾ ਚੱਲੀ ਫਿਰਦੇ ਆ। ਇਸ ਕਰਕੇ ਹੀ ਇਹ ਐਕਚੁਅਲੀ ਦਿਮਾਗ ਦੇ ਵਿੱਚ ਇੱਕ ਪਿਊਟਰਿਟੀ ਗਲੈਂਡ ਹੁੰਦਾ ਜਿਹੜਾ ਸੈਕਸ ਦੇ ਹਾਰਮੋਨਸ ਪੈਦਾ ਕਰਦਾ ਜੀ। ਜਦੋਂ ਤੁਹਾਡੀ ਕੋਈ ਨੀਂਦ ਪ੍ਰੋਬਲਮ ਆ ਜਾਂਦੀ ਆ, ਤੁਹਾਡੇ ਮਨ ਤੇ 24 ਘੰਟੇ ਕੋਈ ਬੋਝ ਰਹਿਣ ਲੱਗ ਜਾਂਦਾ, ਜਾਂ ਫਿਜ਼ੀਕਲੀ ਤੁਸੀਂ ਆਪਦੇ ਸਰੀਰ ਤੋਂ 8 ਘੰਟੇ ਕੰਮ ਕਰਨ ਦੀ ਬਜਾਏ 12-12 14-14 ਘੰਟੇ ਕੰਮ ਲੈਣ ਲੱਗ ਜਾਂਦੇ ਹੋ ਜੀ, ਉਹ ਤੁਹਾਨੂੰ ਸਾਰੀ ਚੀਜ਼ ਤੇ ਅਸਰ ਕਰਦਾ। ਉਹ ਉਸ ਕਰਕੇ ਹੀ ਇਹ ਸੈਕਸ਼ੁਅਲ ਡਿਜ਼ਾਇਰ ਬਹੁਤ ਘਟ ਜਾਂਦੀ ਆ। ਇਹ ਬਹੁਤ ਮੇਲ ਫੀਮੇਲ ਦੋਨਾਂ 'ਚ ਹੀ ਫਰਕ ਪੈ ਜਾਂਦਾ ਜੀ, ਦੋਨਾਂ 'ਚ ਹੀ ਫਰਕ ਪੈ ਜਾਂਦਾ। ਇਹਦੇ 'ਚ ਆਉਂਦੀਆਂ ਕੁਛ ਮੈਡੀਸਨਾਂ ਆਉਂਦੀਆਂ, ਜੇ ਕਿਸੇ ਟਾਈਮ ਲੱਗਿਆ ਤਾਂ ਆਪਾਂ ਜ਼ਰੂਰ ਕਰਾਂਗੇ। ਹਾਂਜੀ, ਬਿਲਕੁਲ 5-7 ਮੈਡੀਸਨਾਂ ਦਾ ਹੈਗਾ। ਤੁਹਾਡਾ ਮਾਈਂਡ ਵੀ ਫਰੈਸ਼ ਔਰ ਫਿਜ਼ੀਕਲੀ ਵੀ ਤੁਹਾਨੂੰ ਐਂ ਲੱਗੂਗਾ ਵੀ ਹਾਂ ਯਾਰ ਪਰਫੋਰਮੈਂਸ ਤੁਸੀਂ ਹਫ਼ਤੇ 'ਚ ਕਰੋ, 10 ਦਿਨਾਂ 'ਚ ਕਰੋ, 5 ਦਿਨਾਂ 'ਚ, ਕਦੋਂ ਵੀ ਤੁਸੀਂ ਆਪਦੀ ਟੱਚ ਰਹੋਗੇ ਆਪਦੀ ਵਾਈਫ ਨਾਲ, ਤੁਹਾਨੂੰ ਮੈਂਟਲੀ ਵੀ ਔਰ ਫਿਜ਼ੀਕਲੀ ਵੀ ਤੁਹਾਨੂੰ ਸੈਟਿਸਫੈਕਸ਼ਨ ਹੋਊਗੀ ਵੀ ਬਿਲਕੁਲ ਠੀਕ ਆ। ਔਰ ਇਹ ਵੈਸੇ ਵੀ ਸਰੀਰ ਵਾਸਤੇ ਇਹ ਕੁਝ ਮੰਨ ਕੇ ਚੱਲੋ ਵੀ ਇਹ ਆਦਮੀ ਦੀ ਖੁਰਾਕ ਆ ਜੀ, ਇਹਦੇ ਬਿਨਾ ਗੁਜ਼ਾਰਾ ਨਹੀਂ ਹੈ। ਇਹਦੇ ਬਿਨਾ ਗੁਜ਼ਾਰਾ ਵੀ ਨਹੀਂ ਤੇ ਬਿਲਕੁਲ। ਔਰ ਫਰੈਸ਼ ਬੰਦਾ ਤਾਂ ਹੀ ਰਹੂਗਾ, ਨਹੀਂ ਜੇ ਤੁਸੀਂ ਉਸ ਚੀਜ਼ 'ਚੋਂ ਕੋਈ ਘਾਟ ਬਾਤ ਰਹਿੰਦੀ ਆ ਤੁਹਾਡੀ ਤਾਂ ਤੁਹਾਡਾ ਉਹੀ ਜਿਵੇਂ ਪੇਟ ਸਾਫ਼ ਨਹੀਂ ਹੋਇਆ। ਬਿਲਕੁਲ ਉਹੀ ਗੱਲ ਹੈ ਨਾ, ਜੇ ਪੇਟ ਪੂਰਾ ਸਾਫ਼ ਹੋ ਗਿਆ, ਆਪਾਂ ਕਹਿੰਦੇ ਨਾਲੀ 'ਚ ਪਾਣੀ ਤਾਂ ਚੱਲੀ ਜਾਂਦਾ ਵੀ ਸਾਫ਼ ਹੈ, ਪਰ ਇਹ ਨਹੀਂ ਦਿਖਦਾ ਪਾਸੇ ਜਲਬ ਹਰੇਵਾਈ ਜੰਮੀ ਜਾਂਦੀ। ਇਸੇ ਤਰ੍ਹਾਂ ਇਹ ਵੀ ਇੱਕ ਚੀਜ਼ ਹੈ ਕਿ ਜੇ ਪੂਰੀ ਤਰ੍ਹਾਂ ਸੰਤੁਸ਼ਟੀ ਨਹੀਂ ਹੈ ਤਾਂ ਜੇ ਵਿੱਚ ਕੁਝ ਰਹਿ ਗਿਆ ਰੈਜ਼ੀਡੂਅਲ ਇਫੈਕਟ ਰੈਜ਼ਾਈਡ ਕਰ ਗਿਆ ਵਿੱਚ, ਤਾਂ ਅੱਗੇ ਇਫੈਕਟ ਤਾਂ ਕਰਦਾ ਹੀ ਕਰਦਾ ਇਸ ਚੀਜ਼ ਦੇ ਉੱਤੇ। ਇਹ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ। ਅੱਛਾ, ਸਭ ਤੋਂ ਵੱਡੀ ਗੱਲ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਕੋਈ ਵੀ ਦਵਾਈ ਲੈਣ ਲੱਗ ਪਓ ਉਹਦੀ ਆਦਤ ਪੈ ਜਾਂਦੀ ਹੈ। ਨਹੀਂ ਸਰ, ਨਹੀਂ ਮੈਨੂੰ ਹੋ ਗਏ 1990 ਤੋਂ ਮੈਂ ਪ੍ਰੈਕਟਿਸ ਕਰ ਰਿਹਾ, ਔਰ ਜਿਹੜੇ ਪਰਿਵਾਰ ਮੇਰੇ ਨਾਲ ਜੁੜੇ ਹੋਏ ਆ ਉਹ ਗਾਹਾਂ ਬੱਚਿਆਂ ਦੇ ਵੀ ਬੱਚੇ ਹੋ ਗਏ ਤੇ ਉਹ ਐਜ਼ ਇਟ ਇਜ਼ ਵਧੀਆ। ਕਦੇ ਕੋਈ ਇਹ ਨਹੀਂ ਵੀ ਕੋਈ ਸੈਕਸ ਦੀ ਦਵਾਈ ਲਈ ਉਹ ਰੈਗੂਲਰ ਲੈਣੀ ਪਊਗੀ ਜਾਂ ਕੋਈ ਉਹਦਾ ਹੈਪਚੁਅਲ ਹੋ ਜਾਊਗਾ, ਬਿਲਕੁਲ ਕੁਛ ਵੀ ਨਹੀਂ। ਤੁਸੀਂ ਕੋਰਸ ਕਰੋ ਔਰ ਬਿਲਕੁਲ ਤੁਹਾਨੂੰ ਮੈਂਟਲੀ ਵੀ ਔਰ ਫਿਜ਼ੀਕਲੀ ਵੀ ਤੁਹਾਨੂੰ ਬਿਲਕੁਲ ਸੰਤੁਸ਼ਟੀ ਹੋਊਗੀ। ਬੱਚਿਆਂ ਦੀ ਗੱਲ ਵੀ ਕਰ ਲਈਏ ਆਪਾਂ, ਸਾਰੇ ਵੱਡਿਆਂ ਦੀ ਗੱਲ ਕਰ ਲਈ, ਬੱਚਿਆਂ ਦੇ ਉੱਤੇ ਬਹੁਤ ਵੱਡਾ ਸਾਰਿਆਂ ਤੇ ਸਟ੍ਰੈਸ ਹੈ। ਬੱਚੇ ਬਚਪਨ 'ਚ ਜਿੱਦੀ ਹੋ ਜਾਂਦੇ ਆ, ਬੜੀ ਬਹੁਤ ਮਾਂ-ਬਾਪ ਲਈ ਸਟ੍ਰੈਸ ਦੀ ਗੱਲ ਹੈ। ਫਿਰ ਜਦੋਂ ਪੜ੍ਹਨ ਲੱਗ ਪੈਂਦੇ ਆ ਉਹਦਾ ਸਟ੍ਰੈਸ, ਅੱਖਾਂ ਐਨਕਾਂ ਲੱਗ ਗਈਆਂ, ਹੋਰ ਲੱਗ ਗਿਆ, ਸਾਰਾ ਕੁਛ ਲੱਗ ਗਿਆ। ਇਹ ਵੀ ਇੱਕ
ਇਹਦੀ ਵੀ ਟ੍ਰੀਟਮੈਂਟ ਹੈ? ਇਹ ਵੀ ਦਾਨੇ ਵਾਲੇ ਸਾਹਿਬ, ਇਹਦੀ ਵੀ ਬੱਚਿਆਂ ਤੇ ਲੇਡੀਜ਼ ਤੇ ਬਜ਼ੁਰਗਾਂ ਤੇ। ਹੋਮੋਪੈਥੀ ਤਾਂ ਆਦਮੀ ਤਾਂ ਮੰਨ ਕੇ ਚੱਲੋ ਵੀ ਦਾਰੂ ਵੀ ਪੀ ਲੈਂਦਾ, ਕੋਈ ਨਾ ਕੋਈ ਨਸ਼ਾ ਪੱਤਾ ਵੀ ਕਰ ਲੈਂਦਾ, ਬੱਚਿਆਂ ਤੇ ਤਾਂ ਇਹ ਬਹੁਤ ਵਧੀਆ ਅਸਰ ਕਰਦੀ ਆ। ਬੱਚਿਆਂ ਤੇ ਤਾਂ ਐਂ ਮੰਨ ਕੇ ਚੱਲੋ ਜੇ ਕੋਈ ਮੈਥ 'ਚੋਂ ਕਮਜ਼ੋਰ ਆ ਤਾਂ ਮੈਥ ਦੀ ਸਿੰਗਲ ਮੈਡੀਸਨ ਹੀ ਆਉਂਦੀ ਆ। ਅੱਛਾ, ਹਿਸਾਬ ਦੀ ਵੀ ਇਕੱਲੀ ਦਵਾਈ ਆਉਂਦੀ ਹੈ? ਮੈਡੀਸਨ ਇਕੱਲੇ ਮੈਥ ਦੀ ਤੁਸੀਂ ਲਓਗੇ ਤਾਂ ਮੈਥ 'ਚੋਂ ਬੰਦਾ ਜਿਹੜਾ ਬੱਚਾ ਭੱਜਦਾ ਉਹ ਮੈਥ 'ਚ ਹੀ ਉਸ ਤੋਂ ਵੱਧ ਐਕਟਿਵ ਹੋਣ ਲੱਗ ਪੈਂਦਾ। ਹਾਂ, ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਮਾਂ ਦਿੱਤਾ ਸਾਨੂੰ, ਮਿਹਰਬਾਨੀ ਤੁਹਾਡੀ। ਥੈਂਕ ਯੂ ਵੀਰ ਜੀ। ਮਿਹਰਬਾਨੀ ਜੀ। ਤੇ ਫਿਰ ਆਪਾਂ ਕੋਈ ਸਮਾਂ ਲੱਗਿਆ ਤਾਂ ਜ਼ਰੂਰ ਤੁਹਾਡੀ ਮੁਲਾਕਾਤ ਜਿਹੜੀ ਹੈ ਸਾਡੇ ਲਿਸਨਰਸ ਨਾਲ ਕਰਾਵਾਂਗੇ। ਸ਼ੁਕਰੀਆ ਮਿਹਰਬਾਨੀ। ਸੋ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ, ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ 9216410666 ਤੇ ਬਾਕੀ ਡਾਕਟਰ ਸਾਹਿਬ ਦਾ ਨੰਬਰ ਹੈਗਾ ਜੀ। ਮੇਰੀ ਇੱਕ ਬੇਨਤੀ ਹੈ, ਗੁਜ਼ਾਰਿਸ਼ ਹੈ, ਡਾਕਟਰ ਸ਼ਿੰਦਰ ਕੌਰ ਵੀ ਕਈ ਵਾਰੀ ਕਹਿ ਦਿੰਦੇ ਨੇ, ਉਹਨਾਂ ਦੀ ਵੀ ਇੱਕ ਬਹੁਤ ਵੱਡੀ ਸ਼ਿਕਾਇਤ ਹੈ ਜੀ, ਕਹਿੰਦੇ ਤੁਸੀਂ ਸਮਾਂ ਕਈ ਵਾਰੀ ਭੁਲੇਖੇ ਨਾਲ ਹੀ ਅੱਧੀ ਰਾਤ ਨੂੰ ਘੰਟੀ ਮਾਰ ਲੈਂਦੇ, ਕਿਉਂਕਿ ਡਾਕਟਰਾਂ ਦਾ ਕਿੱਤਾ ਇੱਕ ਇਹੋ ਜਿਹਾ ਹੁੰਦਾ ਹੈ, ਇਹਨਾਂ ਨੂੰ 24 ਘੰਟੇ ਫੋਨ ਖੁੱਲ੍ਹਾ ਰੱਖਣਾ ਪੈਂਦਾ। ਸਾਡੇ ਵਰਗੇ ਤਾਂ ਜੇ ਫਿਰ ਵੀ 11 ਵਜੇ ਬੰਦ ਕਰਕੇ ਤੇ ਸਵੇਰੇ 5 ਵਜੇ ਖੋਲ੍ਹ ਲੈਂਦੇ, ਸਰ ਜਾਂਦਾ। ਪਹਿਲਾਂ ਨਹੀਂ ਸੀ ਸਰਦਾ, ਜਦੋਂ ਅਸੀਂ ਟੈਲੀਵਿਜ਼ਨ 'ਚ ਕੰਮ ਕਰਦੇ ਸੀ। ਰੇਡੀਓ 'ਚ ਥੋੜ੍ਹਾ ਜਿਹਾ ਸਰ ਜਾਂਦਾ ਕਿਉਂਕਿ ਤੁਰੰਤ ਨਹੀਂ ਜਾਣਾ ਪੈਂਦਾ। ਸੋ ਮੇਰੀ ਇੰਨੀ ਕੁ ਬੇਨਤੀ ਹੈ ਕਿ ਪਲੀਜ਼ ਸਮੇਂ ਨੂੰ ਮੁੱਖ ਰੱਖਦੇ ਹੋਏ ਤੁਸੀਂ ਕਿਸੇ ਵੀ ਸਮੇਂ ਮੈਸੇਜ ਕਰ ਦਿਓ, ਮੈਸੇਜ ਦਾ ਜਵਾਬ ਵੀ ਮਿਲ ਜਾਏਗਾ। ਤੇ ਬਾਕੀ ਜੇ ਤੁਸੀਂ ਡਿਸਕਸ਼ਨ ਕਰਨੀ ਹੈ ਤਾਂ ਪਹਿਲਾਂ ਮੈਸੇਜ ਕਰ ਦਿਓ, ਸਮਾਂ ਲੈ ਲਓ, ਅਪਾਇੰਟਮੈਂਟ ਬਣਵਾ ਲਓ, ਤੇ ਉਹ ਬਹੁਤ ਵਧੀਆ ਗੱਲ ਹੁੰਦੀ ਹੈ। ਕਿਉਂਕਿ ਉੱਧਰ ਬੰਦਾ ਹਜੇ ਵਾਸ਼ਰੂਮ 'ਚ ਹੋਵੇ ਤੇ ਆਪਾਂ ਟੱਲੀਆਂ ਮਾਰੀ ਜਾਵੇਗੀ, ਬੰਦਾ ਸੁੱਤਾ ਪਿਆ ਹੋਵੇ ਤਾਂ ਬੜੀ ਮੁਸ਼ਕਿਲ ਆ ਜਾਂਦੀ ਹੈ। ਸੋ ਜਦੋਂ ਸਾਨੂੰ ਲੋੜ ਆ ਤਾਂ ਸਾਨੂੰ ਆਪਣੇ ਮੁਤਾਬਕ ਜਿਹੜਾ ਹੈਗਾ ਉੱਥੋਂ ਦੇ ਸਮੇਂ, ਭਾਰਤ ਦੇ ਸਮੇਂ ਅਨੁਸਾਰ ਢਲਣਾ ਪਏਗਾ। ਸੋ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਮੈਨੂੰ ਸਵਰਨ ਸਿੰਘ ਦਾਨੇ ਵਾਲੇ ਨੂੰ ਦਿਓ ਜੀ ਇਜਾਜ਼ਤ, ਤੇ ਫਿਰ ਕੱਲ੍ਹ ਨੂੰ ਮੁਲਾਕਾਤ ਹੋਏਗੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਰੇਡੀਓ ਪੰਜਾਬ ਟੂਡੇ ਨੂੰ ਸਪੋਰਟ ਕਰਨਾ ਵੀ ਨਾ ਭੁੱਲੋ ਜੀ। 97197 801 41741 ਦੇ ਉੱਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।